ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਵਾਹਿਗੁਰੂ ਜੀ। ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਇਂਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੈ ਸਤਿਗੁਰੂ। ਘਟੈ ਨਾਹੀ ਇਕ ਤਿਲ ਕਿਸੈ ਦੀ ਘਟਾਈ। ਅੰਤਰ ਹਰ ਗੁਰੂ ਧਿਆਇਂਦਾ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। 307 ਅੰਗ ਤੇ ਗੌੜੀ ਕੀ ਵਾਰ ਮਹੱਲਾ ਚੌਥਾ। ਤੀਸਰੇ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਸਾਰੀ ਕਥਾ ਜੋ ਹੈ, ਉਦੋਂ ਕੀ ਮਾਹੌਲ ਸੀ, ਕੀ ਭਾਣਾ ਵਰਤਿਆ, ਕਿਵੇਂ ਕਿਵੇਂ ਉਪਦੇਸ਼ ਹੋਏ, ਉਸ ਸਾਰੇ ਸਮੇਂ ਦੀ ਜੋ ਵਿਆਖਿਆ ਹੈ ਚੌਥੇ ਪਾਤਸ਼ਾਹ ਨੇ ਸੰਗਤ ਨੂੰ ਇਸ ਵਾਰ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੰਸਾਰ ਵਿੱਚ ਧੰਨ ਗੁਰੂ ਸਤਿਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਵਡਿਆਈ ਹੈ ਅਥਵਾ ਜਿਹੜੀ ਸਾਰੇ ਸਰੂਪਾਂ ਦੀ ਵੱਡੀ ਵਡਿਆਈ ਹੈ, ਇਹ ਕਿਉਂ ਹੋ ਰਹੀ ਵਡਿਆਈ ਵੱਡੀ? ਗੁਰਾਂ ਦੀ ਵਡਿਆਈ ਵੱਡੀ ਇਸ ਕਰਕੇ ਹੋ ਰਹੀ ਹੈ। ਚੌਥੇ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ ਬਚਨ। ਅੰਤਰ ਹਰ ਗੁਰੂ ਧਿਆਇਂਦਾ ਵੱਡੀ ਵਡਿਆਈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਦੱਸਦੇ ਨੇ ਬਚਨ ਭਈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਹਿਰਦੇ ਅੰਦਰ ਹਰੀ ਨੂੰ ਧਿਆਉਂਦੇ ਹਨ। ਹਿਰਦੇ ਦੇ ਅੰਦਰ ਜਾਪ ਕਰਨਾ। ਸੋ ਪਰਾ ਜਿਹੜੀ ਬਾਣੀ ਹੈ ਇਸੇ ਪ੍ਰਕਾਰ ਜਿਵੇਂ ਸ਼ੁਰੂ ਤੋਂ ਲਈ ਬੈਖਰੀ ਮੱਧਮਾ ਪਰਾ ਤੇ ਪਸੰਤੀ, ਹਿਰਦੇ ਦੇ ਅੰਦਰ ਜਿਹੜੀ ਪਰਾ ਬਾਣੀ ਹੈ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਹਿਰਦੇ ਅੰਦਰ ਹਰੀ ਨੂੰ ਧਿਆਉਂਦੇ ਨੇ। ਇਸ ਲਈ ਸੰਸਾਰ ਵਿੱਚ ਉਹਨਾਂ ਦੀ ਵੱਡੀ ਵਡਿਆਈ ਹੋ ਰਹੀ ਹੈ। ਤੁਸ ਦਿੱਤੀ ਪੂਰੈ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ। ਹੁਣ ਜਦੋਂ ਵਡਿਆਈ ਵੱਡੀ ਹੁੰਦੀ, ਸੰਸਾਰ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਦੀ ਵਡਿਆਈ ਘਟੇ। ਆਪਾਂ ਮਾਮੂਲੀ ਜਿਹੇ ਇਨਸਾਨ ਆ ਦੁਨੀਆ ਦੇ ਅੰਦਰ। ਲੋਕ ਬ੍ਰਹਮ ਗਿਆਨੀ ਦੀ ਵਡਿਆਈ ਨੂੰ ਘਟਾਉਣ ਦਾ ਯਤਨ ਕਰਦੇ ਨੇ। ਲੋਕ ਸਤਿਗੁਰੂ ਦੀ ਵਡਿਆਈ ਨੂੰ ਘਟਾਉਣ ਦਾ ਯਤਨ ਕਰਦੇ ਨੇ। ਪਰ ਜਿਹਨੂੰ ਵਡਿਆਈ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਆ ਉਹਦੀ ਵਡਿਆਈ ਕਦੇ ਘਟ ਨਹੀਂ ਸਕਦੀ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਤੁਸ ਕੇ ਪ੍ਰਸੰਨ ਹੋ ਕੇ ਸੇਵਾ ਤੋਂ 12 ਸਾਲ ਜਿਹੜੀ ਸੇਵਾ ਕੀਤੀ, ਇਸ ਕਰਕੇ ਇੱਕ ਤਿਲ ਮਾਤਰ ਵੀ ਉਹ ਵਡਿਆਈ ਕਿਸੇ ਦੀ ਘਟਾਈ ਹੋਈ ਘਟਦੀ ਨਹੀਂ। ਲੱਖਾਂ ਲੋਕ ਕੋਸ਼ਿਸ਼ ਕਰ ਲੈਣ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਸੋ ਜਿਵੇਂ ਮਰਵਾਹਿਆਂ ਨੇ, ਸ਼ੇਖਾਂ ਨੇ, ਹੋਰ ਬਹੁਤ ਸਾਰੇ ਲੋਕਾਂ ਨੇ ਗੁਰੂ ਕੀ ਵਡਿਆਈ ਘਟਾਉਣ ਦਾ ਯਤਨ ਕੀਤਾ ਸੀ, ਉਹ ਉਹਨਾਂ ਦੀ ਇੱਕ ਵੀ ਨਹੀਂ ਚੱਲੀ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ
ਤਾ ਝਖ ਝਖ ਮਰੈ ਸਭ ਲੋਕਾਈ। ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ। ਜਦੋਂ ਸੱਚਾ ਸਾਹਿਬ ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਲ ਹੈ, ਅਕਾਲ ਪੁਰਖ ਵਾਹਿਗੁਰੂ, ਤਾਂ ਸਾਰੀ ਦੁਨੀਆ ਜਿਹੜੀ ਸੀ ਉਹ ਝੱਕ ਝੱਕ ਕੇ ਖੱਪ ਖੱਪ ਕੇ ਆਪੇ ਹੀ ਮਰ ਜਾਏਗੀ। ਕਹਿੰਦੇ ਉਹ ਮਰ ਵੀ ਗਈ ਸਾਰੀ ਦੁਨੀਆ। ਨਿੰਦਕ ਪੁਰਸ਼ਾਂ ਦੇ ਮੂੰਹ ਕਾਲੇ ਕਰਕੇ ਹਰੀ ਕਰਤੇ ਪੁਰਖ ਨੇ ਆਪ ਹੀ ਗੁਰਾਂ ਦੀ ਜਿਹੜੀ ਵਡਿਆਈ ਵਧਾ ਦਿੱਤੀ। ਮਹਾਰਾਜ ਜੀ ਜਿਵੇਂ ਫਰਮਾਉਂਦੇ ਨੇ, ਨਿੰਦਕਾਂ ਕੇ ਮੂੰਹ ਕਾਲੇ ਕੀਏ ਦੀਨ ਦੁਨੀਆ ਕੇ ਦਰਬਾਰ। ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਜਿਉਂ ਜਿਉਂ ਨਿੰਦਕ ਨਿੰਦ ਕਰਹਿ ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਇਹ ਇੱਕ ਸ਼ੁਰੂ ਤੋਂ ਲੈ ਕੇ ਹੀ ਇੱਕ ਸੰਸਾਰ ਦੀ ਰੀਤੀ ਚਲੀ ਆਈ ਹੈ ਕਿ ਨਿੰਦਕ ਬੰਦੇ ਜਿਉਂ ਜਿਉਂ ਸਤਿਗੁਰੂ ਦੀ ਨਿੰਦਿਆ ਕਰਦੇ ਨੇ, ਜਿਉਂ ਜਿਉਂ ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਗੁਰਮੁਖਾਂ ਦੀ ਨਿੰਦਿਆ ਕਰਦੇ ਨੇ, ਤਿਉਂ ਤਿਉਂ ਕਹਿੰਦੇ ਸਤਿਗੁਰਾਂ ਦੀ ਵਡਿਆਈ ਨਿਤਾ ਪ੍ਰਤੀ ਹੋਰ ਸਵਾਈ ਚੜ੍ਹਦੀ ਹੈ। ਮਹਾਂਪੁਰਖਾਂ ਦੀ ਹੋਰ ਵਡਿਆਈ ਚੜ੍ਹਦੀ ਹੈ, ਚੜ੍ਹਦੀ ਕਲਾ 'ਚ ਹੋਰ ਹੋ ਜਾਂਦੇ ਨੇ। ਕਿਉਂ? ਨਿੰਦਕ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੀ ਨਿੰਦਾ ਕਰਕੇ ਉਹਨਾਂ ਦੀ ਸਾਰੀ ਜਿਹੜੀ ਮਾੜੀ ਮੋਟੀ ਕੋਈ ਹੈ ਗੰਦਗੀ, ਕੋਈ ਮੈਲ ਹੈ ਕਿਸੇ ਪ੍ਰਕਾਰ ਦੀ ਵੀ, ਉਹ ਆਪ ਹੀ ਖਾਈ ਜਾਂਦੇ ਰਹਿੰਦੇ ਨੇ। ਨਿੰਦਕ ਜਿਹੜਾ ਹੁੰਦਾ ਇੱਕ ਪ੍ਰਕਾਰ, ਮਹਾਂਪੁਰਖ ਕਹਿੰਦੇ ਉਹ ਭਲਾ ਕਰਦਾ। ਨਿੰਦਕ ਹਮਰੇ ਕੱਪੜੇ ਧੋਏ। ਨਿੰਦਕ ਸਾਰੀ ਮੈਲ ਆਪ ਖਾ ਜਾਂਦੇ ਨੇ। ਨਿੰਦਕ ਵੀ ਪ੍ਰਮਾਤਮਾ ਨੇ ਹੀ ਬਣਾਏ ਨੇ। ਸੋ ਜਿਵੇਂ ਕਾਕਰੋਚ ਕਿਤੇ ਵੀ ਕੋਈ ਗੰਦਗੀ ਛੱਡਦੇ ਹੀ ਨਹੀਂ, ਇਸੇ ਪ੍ਰਕਾਰ ਗੰਦਗੀ ਦੇ ਕੀੜੇ ਤਾਈਓ ਬਣਾਏ ਕਿ ਉਹ ਗੰਦਗੀ ਨੂੰ ਸਾਫ਼ ਕਰ ਦਿੰਦੇ ਨੇ। ਜਿਹੜੇ ਨਿੰਦਕ ਹੁੰਦੇ ਨੇ ਸਾਧ ਸੰਗਤ ਜੀ, ਇਹ ਆਪੇ ਸਾਰੀ ਗੰਦਗੀ ਖਾ ਕੇ ਦੂਜੇ ਦੀ ਗੰਦਗੀ ਨਿੰਦਾ ਕਰ ਕਰਕੇ ਮੁਕਾ ਦਿੰਦੇ ਨੇ। ਜਿਹੜੇ ਕੋਈ ਮਾੜੇ ਮੋਟੇ ਉਹਨਾਂ ਦਾ ਭਾਵ ਕੋਈ ਗੁਨਾਹ ਪਾਪ ਕਿਸੇ ਤੋਂ ਥੋੜਾ ਬਹੁਤ ਅਚਨਚੇਨ ਵੀ ਹੋ ਜਾਂਦਾ ਹੈ, ਦੁਬਾਰਾ ਜਿਹੜਾ ਅਚਨਚੇਤ ਵੀ ਹੋ ਜਾਂਦਾ, ਉਸ ਵੀ ਸਾਰਾ ਜਿਹੜਾ ਕੀਤਾ ਹੋਇਆ ਗੁਨਾਹ ਨਿੰਦਕਾਂ ਨੂੰ ਜਾ ਲੱਗਦਾ। ਜਿਹੜੇ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸਾਰੇ ਪੁੰਨ ਜਾ ਲੱਗਦੇ ਨੇ। ਜਨ ਨਾਨਕ ਹਰਿਆ ਰਾਧਿਆ ਤਿਨ ਪੈਰੀ ਆਣ ਸਭ ਪਾਈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹਰੀ ਨੂੰ ਆਰਾਧਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਉਸ ਹਰੀ ਨੇ ਸਾਰੀ ਦੁਨੀਆ ਦੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨੀ ਪਾ ਕੇ ਵੱਡੀ ਵਡਿਆਈ ਕਰ ਦਿੱਤੀ। ਚਰਨੀ ਲਿਆ ਪਾਇਆ ਸਾਰਿਆਂ ਨੂੰ। ਕਿਉਂ? ਜਿਹੜਾ ਵਾਹਿਗੁਰੂ ਦੀ ਵਡਿਆਈ ਕਰਦਾ ਹੈ, ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਸ੍ਰਿਸ਼ਟੀ ਨੂੰ। ਉੱਥੇ ਦੁਨੀਆ ਆਪੇ ਹੀ ਝੁਕ ਜਾਂਦੀ, ਆ ਕੇ ਚਰਨੀ ਪੈ ਜਾਂਦੀ ਹੈ। ਨਿੰਦਕ ਲੋਕ ਇਹ ਚਾਹੁੰਦੇ ਕਿ ਮੇਰੇ ਪੈਰੀਂ ਕੋਈ ਵੀ ਨਹੀਂ ਪੈਂਦਾ, ਕਿ ਮੈਨੂੰ ਵਡਿਆਈ ਨਹੀਂ ਦਿੰਦਾ। ਪਿਰਥੀਏ ਵਰਗੇ, ਰਾਮ ਰਾਏ ਵਰਗੇ ਜੱਜ ਜੱਜ ਕੇ ਬਹਿੰਦੇ ਰਹੇ, ਪਰ ਉਹਨਾਂ ਨੂੰ ਕਿਸੇ ਨੇ ਵਡਿਆਈ ਨਾ ਦਿੱਤੀ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸ ਕਾ ਗਿਆ। ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਫੇਰ ਵੀ ਜਿਹੜਾ ਇਨਸਾਨ ਸਤਿਗੁਰਾਂ ਦੇ ਨਾਲ ਗਿਣਤੀ ਰੱਖਦਾ ਕਿ ਇੰਨੀ ਸੇਵਾ ਕਰਨੀ ਹੈ, ਵਾਧੂ ਨਹੀਂ ਕਰਨੀ, ਕਹਿੰਦੇ ਉਹਦਾ ਲੋਕ ਪਰਲੋਕ ਸਾਰਾ ਹੀ ਨਿਸਫਲ ਚਲਿਆ ਜਾਂਦਾ। ਗਿਣਤੀਆਂ ਮਿਣਤੀਆਂ 'ਚ ਸਤਿਗੁਰੂ ਕਹਿੰਦੇ ਕੁਛ ਨਹੀਂ ਪਿਆ। ਇਸ ਢੰਗ ਨਾਲ ਵੀ ਮੈਂ ਤਾਂ ਇੰਨੀ ਹੀ ਸੇਵਾ ਕਰਨੀ ਹੈ, ਮੇਰੇ ਤਾਂ ਇੰਨੀ ਡਿਊਟੀ ਹੈ, ਇਸ ਤੋਂ ਵੱਧ ਮੈਂ ਚੌਰ ਨਹੀਂ ਕਰਨਾ, ਇਸ ਤੋਂ ਵੱਧ ਮੈਂ ਪਾਠ ਨਹੀਂ ਕਰਨਾ, ਇਸ ਤੋਂ ਵੱਧ ਸੇਵਾ ਨਹੀਂ ਕਰਨੀ। ਲੋਕ ਪਰਲੋਕ ਸਾਰਾ ਸੁੱਖ ਉਹਨਾਂ ਦਾ ਦੂਰ ਹੋ ਗਿਆ ਹੈ ਜਿਹੜਾ ਸਤਿਗੁਰੂ ਨਾਲ ਗਿਣਤੀ ਮਿਣਤੀ ਕਰਦਾ। ਇਹ ਵੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਸ਼ਰਧਾ ਭਾਵਨਾ ਨਾਲ ਸੰਗਤ ਕਰਦੀ ਜਿਹੜੀ ਸੇਵਾ, ਗਿਣਤੀ ਰੱਖ ਕੇ ਭਾਵੇਂ ਪਾਠ ਕਰਦੇ ਆ, ਭਾਵੇਂ ਕੁਝ ਸਮਾਂ ਨਿਯਤ ਹੁੰਦਾ। ਆਮ ਤੌਰ 'ਤੇ ਜਿਵੇਂ ਕਿ ਕੋਈ ਪਾਠ ਦੀ ਰੌਲ ਲਾਉਂਦਾ, ਰੌਲ ਮੁੱਕ ਗਈ, 10 ਤੋਂ 12 ਵਜੇ ਤੱਕ ਪਾਠ ਲਾਇਆ, ਰੌਲ ਲਾਈ, ਕੋਈ ਪਾਠੀ ਪਿੱਛੋਂ ਲੇਟ ਹੋ ਗਿਆ, ਉਹ ਉੱਥੇ ਬੈਠਾ ਖਿਝੀ ਜਾਂਦਾ ਬੰਦਾ, 5-10 ਮਿੰਟ ਲੇਟ ਹੋ ਗਿਆ, ਲੜਾਈਆਂ ਹੋਣ ਤੱਕ ਜਾਂਦੀਆਂ ਨੇ। ਜਾਂ ਕੋਈ ਅੱਗੇ ਪਿੱਛੇ ਹੋ ਜਾਂਦਾ ਡਿਊਟੀਆਂ ਤੋਂ, ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਕੀਤਾ, ਉਹ ਬਹੁਤ ਸਾਰਾ ਰੌਲਾ ਪਾਉਂਦੇ ਲੋਕ, ਆਪਣੀ ਸੇਵਾ ਗਵਾ ਲੈਂਦੇ ਨੇ। ਨਿਤ ਚਹੀਆਂ ਪਾਏ ਝੱਗੂ ਸੁੱਟੇ, ਝਖਦਾ ਝਖਦਾ ਝੜ ਪਿਆ,
ਮਹਾਰਾਜ ਕਹਿੰਦੇ ਦੇਖੋ ਜਿਹੜਾ ਮਰਵਾਹਾ ਸੀ ਉਹ ਲੋਭ ਦੇ ਵਸ ਹੋ ਕੇ ਨਿਤਾ ਪ੍ਰਤੀ ਰੋਜ਼ ਝਈਆਂ ਪਾਏ ਕਚੀਚੀਆਂ ਪਾ ਕੇ ਖਿੱਚ ਖਿੱਚ ਕੇ ਦੰਦਾਂ ਨੂੰ ਕਰੀਚ ਕਰੀਚ ਕੇ ਨਿੰਦਿਆ ਰੂਪੀ ਝੱਗ ਸੁੱਟਦਾ ਸੀ। ਪਰ ਅੰਤ ਨੂੰ ਖਪਦਾ ਖਪਦਾ ਕਹਿੰਦੇ ਝਾੜੀ ਪਿਆ, ਝਖਾਂ ਨੂੰ ਝਖਦਾ ਹੋਇਆ ਕਹਿੰਦੇ ਝੜ ਗਿਆ ਭਾਵ ਮਿਰਤੂ, ਮੌਤ ਆ ਗਈ ਉਹਨੂੰ। ਨਿਤ ਉਹ ਪਾਪ ਕਰੈ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਿਆ। ਹੁਣ ਛਲ ਰੂਪ ਧਨ ਦੀ ਪ੍ਰਾਪਤੀ ਵਾਸਤੇ ਮਾਇਆ ਵਾਸਤੇ ਰੋਜ਼ ਕਈ ਪ੍ਰਕਾਰ ਦੇ ਯਤਨ ਕਰਦਾ, ਗੁਰੂ ਸਾਹਿਬ ਤੋਂ ਮੈਂ ਪੈਸੇ ਖੋਹ ਲਵਾਂ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਸੋਂ ਮਾਮਲਾ ਲੈਣ ਵਾਸਤੇ ਕਈ ਯਤਨ ਕਰਦਾ ਰਿਹਾ। ਜਦੋਂ ਵੀਰਬਲ ਚੜ੍ਹ ਕੇ ਆਇਆ, ਇੱਕ ਵਾਰੀ ਵੀਰਬਲ ਨੂੰ ਵੀ ਕਿਹਾ ਮੈਨੂੰ ਮਾਮਲਾ ਦਿਵਾਓ। ਇਸੇ ਪ੍ਰਕਾਰ ਮਹਾਰਾਜ ਕੋਲ ਫਿਰ ਗੋਂਦੇ ਖੱਤਰੀ ਲੜਕੇ ਨੇ ਵੀ ਜਾ ਕੇ ਕਿਹਾ ਸੀ ਕਿ ਅੱਧੇ ਪੈਸੇ ਮੈਨੂੰ ਦਿਓ ਭੇਟਾ ਦੇ। ਪਰ ਉਹਦੇ ਪਾਸ ਜੋ ਅਗਲਾ ਸੀ ਭਾਵ ਪਹਿਲਾ ਧਨ ਸੀ ਮਾੜਾ ਮੋਟਾ, ਉਹ ਵੀ ਲੋਕਾਂ ਨੂੰ ਜਾ ਕੇ ਉੱਪਰਲੇ ਸਰਕਾਰੇ ਦਰਬਾਰੇ ਵੱਡੀਆਂ ਖਵਾਉਣ ਦੇ ਵਿੱਚ ਹੀ ਉੱਡ ਗਿਆ, ਨਾਸ ਹੀ ਹੋ ਗਿਆ। ਨਾ ਤਾਂ ਵੱਡੀ ਖਵਾ ਕੇ ਉਹਨੂੰ ਕੁਛ ਮਿਲਿਆ, ਉਲਟਾ ਅਕਬਰ ਨੇ ਮਾਰ ਪਵਾਈ, ਤੇ ਨਾ ਹੀ ਉਹਨੂੰ ਥੱਲਿਓਂ ਨਾ ਇਧਰੋਂ ਨਾ ਉਧਰੋਂ ਲੋਕ ਪਰਲੋਕ ਸਾਰਾ ਖਰਾਬ ਕਰ ਲਿਆ। ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ। ਹੁਣ ਇਹੋ ਜਿਹੇ ਬੰਦੇ ਨੇ ਕੀ ਖੱਟਣਾ ਤੇ ਕੀ ਖਾਣਾ ਹੈ, ਜਿਹਦੇ ਅੰਦਰ ਦੁੱਖਦਾਈ ਸੰਸਾ ਹੀ ਹਮੇਸ਼ਾ ਪਿਆ ਰਹਿੰਦਾ। ਸੋਝੀ ਨਹੀਂ ਕਰ ਸਕਦਾ ਇਹ ਜਿਹਾ ਇਨਸਾਨ। ਆ ਕਈ ਲੋਕ ਗੁਰੂ ਘਰ ਵੱਲ ਨੂੰ ਹੀ ਮੂੰਹ ਕਰੀ ਰੱਖਦੇ ਨੇ, ਪਤਾ ਨਹੀਂ ਉੱਥੋਂ ਕੀ ਕੀ ਲੁੱਟ ਕੇ ਖਾ ਜਾਣਾ, ਕਿੱਧਰੋਂ ਲਿਆਉਣਾ ਕੀ ਲਿਆਉਣਾ। ਮੁੜ ਕੇ ਫਿਰ ਗਾਂ ਨਿਆਣਿਆਂ ਦੀ ਇਹੀ ਜੀ ਮਾੜੀ ਹਾਲਤ ਹੁੰਦੀ ਹੈ, ਤੇ ਗਾਂ ਘਰ ਦੇ ਵਿੱਚ ਇੰਨੀਆਂ ਬਿਮਾਰੀਆਂ ਪ੍ਰਵੇਸ਼ ਕਰ ਜਾਂਦੀਆਂ ਨੇ। ਉਹ ਗੁਰੂ ਘਰ ਦੇ ਵਿੱਚੋਂ ਜਿਨ੍ਹਾਂ ਨੇ ਲੁੱਟ ਲੁੱਟ ਕੇ ਖਾਧੇ ਨੇ, ਉਹਨਾਂ ਨੂੰ ਫਿਰ ਉਹ ਸਾਰਾ ਹਿਸਾਬ ਕਿਤਾਬ ਇੱਥੇ ਹੀ ਦੇਣਾ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗਿਆ ਸੀ, ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਦੀਆਂ ਤਰੀਕਾਂ 'ਚ, ਉਸ ਵਕਤ ਮਹਾਰਾਜ ਨੇ ਪਹਿਲਾਂ ਹੀ ਸਾਰੀ ਮਾਇਆ ਸੋਨਾ ਚਾਂਦੀ ਜਿੰਨੇ ਸੀ ਸਾਰੇ ਧਰਤੀ ਵਿੱਚ ਦਬਵਾ ਦਿੱਤੇ ਸੀ। ਕੱਪੜਿਆਂ ਨੂੰ ਸਾਰਿਆਂ ਨੂੰ ਅੱਗ ਲਵਾਤੀ ਸੀ। ਮਸੰਦਾ ਨੇ ਕਿਹਾ ਮਹਾਰਾਜ ਜੀ ਇਹ ਮਾਇਆ ਤੁਸੀਂ ਸਾਰੀ ਦਬਾਤੀ। ਜਾ ਕੇ ਮਸੰਦਾ ਨੇ ਮਾਤਾ ਜੀ ਨੂੰ ਵੀ ਕਿਹਾ ਕਿ ਮਾਇਆ ਇਹਦੇ ਨਾਲ ਤਾਂ ਗੁਰਸਿੱਖਾਂ 'ਚ ਹੀ ਵੰਡ ਦਿੰਦੇ, ਕੱਪੜਾ ਸਾੜ ਦਿੱਤਾ। ਮਾਤਾ ਜੀ ਨੇ ਕਿਹਾ ਪੁੱਤਰ ਇਹ ਕਿਉਂ ਦੱਬਣਾ ਸੀ ਧਨ ਇੰਨਾ, ਕੱਪੜਾ ਕਿਉਂ ਸਾੜਨਾ ਸੀ, ਆ ਸਾਰਿਆਂ ਨੂੰ ਵੰਡ ਦਿੰਦੇ ਸੰਗਤ ਨੂੰ ਮਸੰਦਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਇੱਕ ਚਮਚਾ ਜ਼ਹਿਰ ਦਾ ਦੇ ਸਕਦੇ ਹੋ ਮੈਨੂੰ, ਤੁਸੀਂ ਮੇਰੇ ਮਾਤਾ ਹੋ, ਇੱਕ ਚਮਚਾ ਜ਼ਹਿਰ ਦਾ ਖਵਾ ਦਿਓ ਮੈਨੂੰ। ਮਾਤਾ ਜੀ ਕਹਿਣ ਲੱਗੇ ਪੁੱਤਰ ਇਹ ਕਹੀ ਜੀ ਗੱਲ ਕਰਤੀ, ਮਾਂ ਵੀ ਕਦੇ ਜ਼ਹਿਰ ਦਿੰਦੀ ਪੁੱਤ ਨੂੰ। ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਮਾਤਾ ਜੇ ਤੂੰ ਮੈਨੂੰ ਜ਼ਹਿਰ ਨਹੀਂ ਦੇ ਸਕਦੀ, ਮੈਂ ਤੇਰਾ ਪੁੱਤ ਹੈ, ਤੇ ਆ ਖਾਲਸਾ ਜਿਹੜਾ ਮੇਰਾ ਪੁੱਤਰ ਆ ਮੈਂ ਇਹਨੂੰ ਕਿਵੇਂ ਜ਼ਹਿਰ ਦੇ ਦਿਆਂ। ਇਹ ਜਿਹੜਾ ਗੁਰੂ ਘਰ ਦਾ ਧਨ ਹੈ, ਜਿਹੜਾ ਪੈਸਾ ਗੁਰੂ ਘਰ ਦਾ, ਇਹ ਜ਼ਹਿਰ ਹੈ। ਮੈਂ ਆਪਣੇ ਗੁਰਸਿੱਖਾਂ ਨੂੰ ਜ਼ਹਿਰ ਨਹੀਂ ਖਵਾਉਣੀ। ਸਤਿਗੁਰੂ ਨੇ ਇਸ ਗੱਲੋਂ ਸਾਵਧਾਨ ਕੀਤਾ, ਗੁਰੂ ਘਰ ਤੋਂ ਕਦੇ ਵੀ ਪੈਸਿਆਂ ਦੀ ਆਸ ਨਾ ਕਰ ਕਿ ਮੈਂ ਉੱਥੋਂ ਕਿਸੇ ਤਰੀਕੇ ਨਾਲ ਖਾ ਜਾਵਾਂ। ਕਈ ਲੋਕ ਹੇਰਾ ਫੇਰੀਆਂ ਬਿਲਾਂ ਦੇ ਰਾਹੀਂ ਕਰਦੇ ਨੇ, ਕੋਈ ਕਿਵੇਂ ਕਰਦੇ ਨੇ, ਕੋਈ ਕਿਵੇਂ ਕਰਦੇ ਨੇ। ਸਾਰੇ ਸੰਸਾਰ 'ਚ ਇਹ ਹੁੰਦੀ, ਕੋਈ ਗੋਲਕ ਚੋਰੀ ਕਰ ਲੈਂਦਾ, ਕੋਈ ਪੈਸੇ ਹੀ ਚੁੱਕ ਕੇ ਜੇਬ 'ਚ ਪਾ ਲੈਂਦਾ। ਉਹ ਜ਼ਹਿਰ ਖਾ ਲੈਂਦਾ ਐਸੀ, ਫਿਰ ਉਹ ਬੜੇ ਭੈੜੇ ਤਰੀਕੇ ਨਾਲ ਨਿਕਲਦੀ ਹੈ। ਮਹਾਰਾਜ ਤਾਂ ਸਾਨੂੰ ਕਹਿੰਦੇ ਨਾ ਭਾਈ ਗੁਰੂ ਤੋਂ ਊਂ ਮੰਗ ਲਓ, ਅਰਦਾਸ ਕਰਕੇ ਮੰਗ ਲਓ, ਸ਼ਬਦ ਦੇ ਰਾਹੀਂ ਮੰਗ ਲਓ ਕਿ ਸਤਿਗੁਰੂ ਕਿਰਪਾ ਕਰੋ, ਸਾਨੂੰ ਬੜੀ ਕਮੀ ਹੈ ਇਸ ਗੱਲ ਦੀ, ਪਦਾਰਥਾਂ ਦੀ ਕਮੀ ਹੈ। ਸ਼ਲੋਕ ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ। ਸੋ ਮਹਾਂਪੁਰਖ ਦੱਸਿਆ ਕਰਦੇ ਭਾਈ ਮੂਲ ਮੰਤਰ ਦੇ ਨਾਲ ਇਹਦਾ ਪਾਠ ਕਰਿਆ ਕਰੋ, ਧਰਮ ਅਰਥ ਹਰ ਕਾਮ ਮੋਖ ਦਾ। ਨਾਲੇ ਧਰਮ ਦੀ ਪ੍ਰਾਪਤੀ, ਨਾਲੇ ਅਰਥ ਸ਼ਾਸਤਰ ਭਾਵ ਪੈਸਾ ਟਕਾ ਪ੍ਰਾਪਤ ਹੋਵੇਗਾ, ਕਾਮਨਾ ਪੂਰੀ ਹੋਵੇਗੀ, ਮੋਕਸ਼ ਅਖੀਰ ਨੂੰ ਮੁਕਤੀ ਵੀ ਮਿਲ ਜਾਏਗੀ। ਤਿਚਰ ਮੂਲ ਨਾ ਥੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਮੰਗਣਾ ਤਾਂ ਇਸ ਤਰੀਕੇ ਨਾਲ ਜੇ ਨਹੀਂ ਹੋਏ ਸਰਦਾ, ਦੇਖੋ ਜਿਹੜੀ ਵੱਡੀ ਗੱਲ ਆ ਉਹ ਤਾਂ ਹੈ ਨਾਮਦਾਨ ਤੇ ਸਿੱਖੀ ਦਾਨ ਮੰਗਣਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਮੰਗਣਾ ਨਹੀਂ ਹੋਏ ਸਰਦਾ ਕਿਸੇ ਗੱਲ ਵੱਲੋਂ,
ਤਾਂ ਫਿਰ ਭਾਈ ਗੁਰੂ ਤੋਂ ਹੀ ਮੰਗ ਲਓ, ਪਰ ਗੁਰੂ ਘਰ ਦੇ ਵਿੱਚੋਂ ਨਹੀਂ ਕੋਈ ਚੀਜ਼ ਦੀ ਆਸ ਰੱਖਣੀ ਵੀ ਮੈਂ ਇੱਥੋਂ ਹੀ ਖਾਈ ਜਾਂ। ਕਈ ਗੁਰੂ ਘਰ ਚੋਂ ਹੀ ਕਹਿੰਦੇ ਬੜਾ ਬੜਾ ਕੜਾਹ ਖਾਂਦੇ, ਇੱਥੋਂ ਬੜਾ ਬੜਾ ਲੰਗਰ ਇੱਥੋਂ ਛਕ ਲੈਂਦੇ ਆ, ਟੱਬਰ ਵੀ ਸਾਡਾ ਇੱਥੋਂ ਹੀ ਖਾ ਲੈਂਦਾ, ਪਰ ਬਿਮਾਰੀਆਂ ਪਤਾ ਫਿਰ ਕਿੰਨੀਆਂ ਆਉਣੀਆਂ ਨਾਲ ਹੀ। ਇਸ ਕਰਕੇ ਕਦੇ ਕਦਾਈ ਲੰਗਰ ਛਕਣਾ ਠੀਕ ਹੈ, ਜਾਂ ਫਿਰ ਉੱਥੇ ਭੇਟਾ ਰੱਖੋ ਨਹੀਂ, ਤੇ ਜਾਂ ਉੱਥੇ ਪਦਾਰਥ ਚੜਾਓ ਲਿਜਾ ਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਸ਼ਾਦ ਵਜੋਂ ਸ਼ਰਧਾ ਨਾਲ ਛਕੋ, ਨਾ ਕਿ ਸਾਰਾ ਟੱਬਰ ਹੀ ਉੱਥੋਂ ਛਕੇ, ਜਾਂ ਆਪਾਂ ਕੋਈ ਮਾਇਆ ਦੀ ਇੱਛਾ ਕਰੀਏ ਉੱਥੋਂ ਮੈਨੂੰ ਗੁਰੂ ਘਰ ਚੋਂ ਆ ਪਦਾਰਥ ਫ੍ਰੀ ਮਿਲ ਗਿਆ। ਨਹੀਂ, ਫ੍ਰੀ ਦੀ ਕਦੇ ਵੀ ਇੱਛਾ ਨਹੀਂ ਕਰਨੀ। ਜੇ ਰੋਟੀ ਖਾਧੀ ਆ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਕਰੋ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀ ਸੰਗਤ ਨੂੰ ਨਹੀਂ ਪਤਾ, ਨੁਕਸਾਨਦੇਹ ਹੋ ਸਕਦੀਆਂ ਨੇ। ਨਿਰਵੈਰ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿਨ ਸਿਰ ਲਿਆ। ਹੁਣ ਨਿਰਵੈਰ ਸਤਿਗੁਰੂ ਨੇ, ਨਿਰਵੈਰ ਜੋ ਸਤਿਗੁਰੂ, ਉਹਨਾਂ ਨਾਲ ਜਿਹੜਾ ਬੰਦਾ ਵੈਰ ਕਮਾਉਂਦਾ ਹੈ, ਉਹਨੇ ਸਾਰੇ ਜਗਤ ਦਾ ਪਾਪ ਜਿੰਨੇ ਸੀ, ਸਾਰੇ ਜਗਤ ਦੇ ਪਾਪ ਉਹਦੇ ਸਿਰ ਤੇ ਡਿੱਗ ਪੈਂਦੇ ਨੇ ਆ ਕੇ। ਉਹਨੇ ਮੰਨ ਲਓ ਬੜਾ ਪਾਪ ਖੱਟਿਆ, ਜਿਹਨੇ ਗੁਰਾਂ ਦੀ ਨਿੰਦਿਆ ਕੀਤੀ, ਨਿਰਵੈਰਾਂ ਦੀ ਨਿੰਦਿਆ ਕਿਉਂ ਕਰਨੀ। ਸੋ ਇਸ ਕਰਕੇ ਜਨ ਨਿਰਵੈਰ ਨਿੰਦਕ ਅਹੰਕਾਰੀ। ਸਤਿਗੁਰੂ ਨਿਰਵੈਰ ਨੇ, ਬ੍ਰਹਮ ਗਿਆਨੀ ਨਿਰਵੈਰ ਨੇ। ਨਿਰਵੈਰ ਮਹਾਂਪੁਰਖਾਂ ਨਾਲ ਕਾਹਦੀ ਨਿੰਦਿਆ ਹੁੰਦੀ ਹੈ। ਇਸ ਕਰਕੇ ਨਿੰਦਕ ਪੁਰਸ਼ਾਂ ਨੂੰ ਇਹ ਸਮਝਣਾ ਚਾਹੀਦਾ, ਜਾਂ ਆਪਾਂ ਨੂੰ ਆਮ ਸਧਾਰਨ ਜੀਵਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਵਾਹਿਗੁਰੂ ਸਾਤੋਂ ਕਿਤੇ ਨਿੰਦਾ ਨਾ ਹੋ ਜਾਏ, ਕਿਉਂਕਿ ਨਿੰਦਾ ਦਹਿ ਅਨੇਕ, ਨਿੰਦਾ ਬਹੁਤੀਆਂ ਕੋਲਾਂ ਗਾਲ ਦਿੰਦੀ ਹੈ। ਉਸ ਅੱਗੇ ਪਿੱਛੇ ਢੋਈ ਨਾਹੀ, ਜਿਸ ਅੰਦਰ ਨਿੰਦਾ ਮੋਹ ਅੰਬ ਪਿਆ। ਉਹ ਬੰਦੇ ਨੂੰ ਅੱਗੇ ਪਰਲੋਕ ਪਿੱਛੇ ਭਾਵੇਂ ਇਸ ਲੋਕ 'ਚ ਕੋਈ ਢੋਈ ਨਹੀਂ ਮਿਲਦੀ, ਜਗ੍ਹਾ ਹੀ ਨਹੀਂ ਮਿਲਦੀ, ਜਿਹਦੇ ਮੂੰਹ ਅੰਦਰ ਨਿੰਦਿਆ ਰੂਪੀ ਅੰਬ ਹੁੰਦਾ, ਫਲ ਅੰਬ ਫਲ ਪੈ ਗਿਆ। ਉਹ ਨਿੰਦਿਆ ਕਰਨੇ ਰੂਪੀ ਅੰਬ ਨੂੰ ਹੀ ਚੂਸਦਾ, ਨਿੰਦਿਆ ਨੂੰ ਹੀ ਮਿੱਠੀ ਸਮਝਦਾ। ਜਿਹਦੇ ਮੂੰਹ ਅੰਦਰ ਨਿੰਦਿਆ ਰੂਪੀ ਅੰਬ ਹੁੰਦਾ, ਜਲ ਪੈ ਗਿਆ, ਜਿਹਦੇ ਅੰਦਰ ਨਿੰਦਿਆ ਹੈ ਉਹਦਾ ਮੂੰਹ ਦੇ ਅੰਬ ਪੈ ਜਾਂਦਾ, ਭਾਵ ਆਸੇ ਪਾਸੇ ਮੂੰਹ ਹੀ ਪੱਕ ਜਾਂਦਾ। ਉਹਦੀ ਇਹੋ ਜਿਹੀ ਹਾਲਤ ਹੁੰਦੀ ਹੈ। ਜੇ ਸੋਇਨੇ ਨੂੰ ਉਹ ਹੱਥ ਪਾਏ, ਤਾਂ ਖੇਹੂ ਸੇਤੀ ਰਲ ਗਿਆ। ਜੇ ਉਹ ਨਿੰਦਕ ਬੰਦਾ ਸੋਨੇ ਨੂੰ ਵੀ ਹੱਥ ਪਾਵੇ ਨਾ, ਤਾਂ ਸੋਨਾ ਮਿੱਟੀ ਨਾਲ ਮਿਲ ਜਾਂਦਾ। ਕਹਿਣ ਤੋਂ ਭਾਵ ਕਿ ਉਹਦਾ ਕੋਈ ਕੰਮ ਸਿੱਧ ਹੀ ਨਹੀਂ ਹੁੰਦਾ, ਸਾਰੇ ਕੰਮ ਉਹਦੇ ਪੁੱਠੇ ਹੀ ਪੁੱਠੇ ਹੋਈ ਜਾਂਦੇ ਨੇ। ਦੇਖ ਲੈਣਾ ਚਾਹੀਦਾ, ਕਈ ਵਾਰ ਗੁਰੂ ਘਰ ਦੀ ਨਿੰਦਿਆ ਹੋ ਜਾਂਦੀ ਹੁੰਦੀ ਹੈ। ਜੇ ਨਿੰਦਿਆ ਕਦੇ ਹੋ ਵੀ ਜਾਵੇ, ਉਹਦੇ ਲਈ ਸੱਤੇ ਬਲਵੰਡੇ ਦੀ ਵਾਰ ਜਿਹੜੀ ਹੈ, ਰਾਮਕਲੀ ਕੀ ਵਾਰ, ਇਹ ਨਿਤਨੇਮ ਦੇ ਵਿੱਚ ਰੋਜ਼ ਪੜ੍ਹਨੀ ਚਾਹੀਦੀ ਹੈ। ਜਾਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਾ ਨੇ ਇਹ ਜ਼ਿਕਰ ਕੀਤਾ, ਇਹ ਦਾਸ ਕੋਲ ਕਹਿੰਦੇ ਜੇ ਸਵੇਰੇ ਨਾ ਹੋਵੇ ਭਾਈ, ਸ਼ਾਮ ਨੂੰ 4-5 ਵਜੇ ਨਾ ਸੱਤੇ ਬਲਵੰਡੇ ਦੀ ਵਾਰ ਇੱਕ ਰੋਜ਼ ਕਰ ਲਿਆ ਕਰੋ। ਕਈ ਵਾਰ ਅਚਨਚੇਤ ਹੀ ਨਿੰਦਿਆ ਹੋ ਜਾਂਦੀ ਕਿਸੇ ਦੀ, ਕਹਿੰਦੇ ਫਿਰ ਉਹ ਬਖਸ਼ਿਆ ਜਾਂਦਾ। ਜੇ ਗੁਰ ਕੀ ਸਰਣੀ ਫਿਰ ਉਹ ਆਵੈ, ਤਾਂ ਪਿਛਲੇ ਔਗਣ ਬਖਸ਼ ਲਿਆ। ਹੁਣ ਜੇ ਉਹ ਗੁਰਾਂ ਦੀ ਸ਼ਰਨ ਵਿੱਚ ਉਹ ਪੁਰਸ਼ ਮੁੜ ਵੀ ਆ ਜਾਵੇ, ਤਾਂ ਕਹਿੰਦੇ ਗੁਰੂ ਸਾਹਿਬ ਨੇ ਉਹਦੇ ਜਿਹੜੇ ਪਿਛਲੇ ਔਗਣਾਂ ਨੂੰ ਫਿਰ ਸਤਿਗੁਰੂ ਮਹਾਰਾਜ ਬਖਸ਼ ਲੈਂਦੇ ਨੇ। ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਸਤਿਗੁਰੂ ਬਖਸ਼ਦੇ ਕਿਵੇਂ ਨੇ? ਕਹਿੰਦੇ ਸਤ ਸੰਗਤ ਦੇ ਨਾਲ ਰਲਾ ਕੇ ਸਤਿਗੁਰੂ ਮਹਾਰਾਜ ਫਿਰ ਕਿਰਪਾ ਕਰ ਦਿੰਦੇ ਨੇ। ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਓ, ਬੇਨਤੀਆਂ ਕਰੋ, ਮਾਫੀ ਮੰਗੋ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦਾ ਇੱਕ ਜ਼ਿਕਰ ਇੱਕ ਵਾਰ ਆਇਆ, ਰੋਪੜ ਜ਼ਿਲ੍ਹੇ ਵਿੱਚ ਚੈੜੀਆਂ ਪਿੰਡ ਦੀ ਗੱਲ ਹੈ। ਮਹਾਂਪੁਰਖ ਸਵੇਰੇ ਉੱਠੇ, ਮਾਤਾ ਦਲੀਪ ਕੌਰ ਜੀ ਹੋਏ ਨੇ ਬੋਪਾ ਰਾਏ ਵਾਲੇ, ਕਹਿੰਦੇ ਮੈਂ ਅੰਦਰ। ਸੋ ਉਸ ਵਕਤ ਮਹਾਂਪੁਰਖਾਂ ਨੂੰ ਸਵੇਰੇ ਦਹੀਂ ਦਾ ਬਾਟਾ ਦੇਣ ਵਾਸਤੇ ਗਈ। ਕਹਿੰਦੇ ਅੱਗੇ ਉੱਠ ਕੇ ਬੈਠੇ ਕਿ ਕੰਨ ਪੱਟੀ ਜਾਣ ਆਪਦੇ। ਕਹਿੰਦੇ ਮੈਂ ਆਖਿਆ ਕਰਤਾਰ ਸਿੰਘ ਭਾਈ ਇਹ ਕੀ ਕਰਦੇ ਹੋ? ਮਾਤਾ ਜੀ ਵੱਡੇ ਸੀ ਬਹੁਤ, ਇਸ ਕਰਕੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਵੇਲੇ ਦੇ ਰਹੇ ਜਥੇ 'ਚ, ਉਹ ਭਾਵ ਨਾਲ ਸੇਵਾ ਕਰਦੇ ਰਹੇ। ਮਹਾਂਪੁਰਖ ਕਹਿੰਦੇ ਮਾਤਾ ਮੈਂ ਕੰਨ ਤਾਂ ਪੜਦਾ, ਮਾਫੀਆਂ ਮੰਗਦਾ 10ਵੇਂ ਪਾਤਸ਼ਾਹ ਤੋਂ ਵੀ ਬਾਪੂ ਜੀ ਜੇ ਸੁੱਤੇ ਪਿਆ ਵੀ ਕੋਈ ਗਲਤ ਗੱਲ ਹੋ ਗਈ ਹੋਵੇ ਇਹ ਤਾਂ ਵੀ ਮਾਫੀ ਦੇ ਦਿਓ। ਮਹਾਂਪੁਰਖ ਤਾਂ ਇੰਨੀ ਮਾਫੀ ਮੰਗਦੇ ਨੇ, ਤੇ ਆਪਣੇ ਲੋਕ ਗੱਲਾਂ ਕਰ ਕਰਕੇ ਪੁੱਠੀਆਂ ਸਿੱਧੀਆਂ ਨਿੰਦਿਆ ਕਰ ਕਰਕੇ ਐਵੇਂ ਅਣਹੋਈਆਂ ਗੱਲਾਂ ਦੇ ਦੋਸ਼ ਆਰੋਪ ਕੇ ਦੂਜਿਆਂ ਤੇ ਉਹ ਮਾਫੀ ਮੰਗਣ ਨੂੰ ਤਿਆਰ ਨਹੀਂ ਹੁੰਦੇ।
ਸਤਿਗੁਰੂ ਕਰਤਾ ਪੁਰਖ ਜਦੋਂ ਉਹਨਾਂ ਦੇ ਗੁਰਮੁਖਾਂ ਦੇ ਵੱਲ ਹੁੰਦਾ ਹੈ ਤੇ ਨਿੰਦਿਆ ਆਪਾਂ ਕਰ ਬੈਠਦੇ ਆਂ, ਉਹ ਬੰਦੇ ਤਾਂ ਕਿਸੇ ਨਾਲ ਨਹੀਂ ਕਰਦੇ, ਪਰ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਕਿਉਂ ਮੇਰੇ ਗੁਰਸਿੱਖ ਦੀ ਨਿੰਦਿਆ ਕੀਤੀ ਹੈ, ਫਿਰ ਸਤਿਗੁਰੂ ਸਜ਼ਾ ਦਿੰਦੇ ਨੇ ਉਹਨੂੰ। ਇਸ ਕਰਕੇ ਇਹਨਾਂ ਗੱਲਾਂ ਧਿਆਨ ਰੱਖਣਾ। ਜਨ ਨਾਨਕ ਆਂਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਮਹਾਰਾਜ ਫਰਮਾਉਂਦੇ ਨੇ ਗੁਰਮੁਖ ਜਨ ਨੇ ਰਾਤ ਦਿਨ ਨਾਮ ਨੂੰ ਧਿਆਉਣਾ ਕੀਤਾ ਹੈ। ਹਰੀ ਨਾਮ ਸਿਮਰਨ ਨਾਲ ਵੱਡਿਆਂ ਛੋਟਿਆਂ ਪਾਪਾਂ ਦਾ ਸਮੁਦਾਇ ਦੂਰ ਹੋ ਗਿਆ ਸਾਰਾ। ਕਿਲ ਹੁੰਦਾ ਨਿਸ਼ਚੈ ਕਰਕੇ ਵਿਖ ਵਿਉ ਰੂਪੀ ਪਾਪ ਜਿਹੜੇ ਨੇ ਨਾ, ਵਿਉ ਵਾਂਗੂ ਮਾਰਨ ਵਾਲਾ ਪਾਪ ਉਹਨਾਂ ਦਾ ਦੂਰ ਹੋ ਗਿਆ ਉਹਨਾਂ ਦੇ। ਕਿਉਂਕਿ ਰਾਤ ਦਿਨ ਸਿਮਰਨ ਕਹਿੰਦੇ ਕਿਵੇਂ ਕਰੀਏ, ਇਹ ਤਾਂ ਜਦੋਂ ਆਪਾਂ ਅਭਿਆਸ ਕਰਨ ਲੱਗ ਜਾਈਏ ਕਾਫੀ ਤਾਂ ਸਿਮਰਨ ਤਾਂ ਅੰਦਰ ਆਪਣੇ ਆਪ ਹੀ ਹੋਈ ਜਾਂਦਾ। ਫਿਰ ਸੁੱਤਿਆਂ ਪਿਆਂ ਵੀ ਜਾਗਦਿਆਂ ਵੀ ਉਹ ਅਵਸਥਾ ਬਣ ਜਾਂਦੀ ਹੈ ਇਨਸਾਨ ਦੀ। ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੂ ਉਪਰ ਤੂੰ ਦੀਵਾਨ, ਜੋ ਤੁਧ ਸੱਚ ਧਿਆਨ ਦੇ ਸੱਚ ਸੇਵਨ ਸੱਚੇ ਤੇਰਾ ਮਾਣ। ਕਹਿੰਦੇ ਇਹ ਸੱਚੇ ਵਾਹਿਗੁਰੂ ਪਿੱਛੇ ਵੀ ਤੂੰ ਹੀ ਸੀ ਸੱਚਾ, ਇਹ ਸੱਚੇ ਹੁਣ ਵੀ ਤੂੰ ਹੀ ਹੈ ਸੱਚਾ। ਇਹ ਸੱਚੇ ਸਾਹਿਬ ਸਾਰਿਆਂ ਦੇ ਉੱਪਰ ਤੂੰ ਹੀ ਦੀਵਾਨ ਆਸਰਾ ਰੂਪ ਹੈ। ਇੱਥੇ ਦੀਵਾਨ ਦਾ ਅਰਥ ਆਸਰਾ ਹੈ। ਇੱਕ ਹੁੰਦਾ ਦੀ ਬਾਣ, ਜਿਵੇਂ ਜਪਜੀ ਸਾਹਿਬ ਦਾ ਪਾਠ ਆਉਂਦਾ ਇੱਕ ਲਾਏ ਦੀ ਬਾਣ, ਜਿਹਨੂੰ ਲਾਇਤਾ ਕਰਨ ਦੀ ਨਾਸ ਕਰਨ ਦੀ ਬਾਣ ਆਦਤ ਹੀ ਹੈ। ਬਾਣ ਦਾ ਅਰਥ ਆਦਤ ਵੀ ਹੈ। ਉਹ ਇਸ ਕਰਕੇ ਕਹਿੰਦੇ ਇਹ ਸੱਚੇ ਪੁਰਸ਼ ਤੈਨੂੰ ਧਿਆਉਂਦੇ ਹਨ, ਜਿਹੜੇ ਲੋਕ ਤੈਨੂੰ ਧਿਆਉਂਦੇ, ਜੋ ਤੁਧ ਸੱਚ ਧਿਆਨ ਦੇ, ਜੋ ਪੁਰਸ਼ ਤੁਹਾਨੂੰ ਧਿਆਉਂਦੇ ਨੇ ਅਤੇ ਸੱਚ ਸੇਵਨ ਤੇ ਸਤਨਾਮ ਵਾਹਿਗੁਰੂ ਨੂੰ ਜਪਦੇ ਨੇ, ਉਹਨਾਂ ਸੱਚਿਆਂ ਨੂੰ ਇਹ ਸੱਚੇ ਵਾਹਿਗੁਰੂ ਇੱਕ ਤੇਰਾ ਹੀ ਮਾਣ ਹੈ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਨ ਸੱਚੇ ਤੇਰਾ ਤਾਣ। ਜਿਨ੍ਹਾਂ ਦੇ ਅੰਦਰ ਸੱਚ ਹੈ ਤੇ ਬਾਹਰੋਂ ਵੀ ਸੱਚ ਨੂੰ ਬੋਲਦੇ ਨੇ, ਕਹਿੰਦੇ ਇਹ ਸੱਚੇ ਜਿਨ੍ਹਾਂ ਨੂੰ ਤੇਰਾ ਹੀ ਸੱਚਾ ਬਲ ਹੈ, ਉਹਨਾਂ ਦੇ ਮੂੰਹ ਉਜਲੇ ਨੇ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਸਲਾਹਿਆ ਨਾ, ਉਹਨਾਂ ਤੇ ਕੀ ਕਿਰਪਾ ਹੁੰਦੀ ਹੈ ਜੀ। ਗੁਰਾਂ ਦੁਆਰੇ ਨਾਮ ਨੂੰ ਸਲਾਉਣ ਦਾ ਮਤਲਬ ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ ਜਪਣਾ। ਸੇ ਭਗਤ ਜਿਨੀ ਗੁਰਮੁਖ ਸਾਲਾਹਿਆ, ਸੱਚ ਸ਼ਬਦ ਨੀਸਾਨ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਸਲਾਹਿਆ ਉਹ ਅਸਲੀ ਭਗਤ ਨੇ। ਉਹਨਾਂ ਨੂੰ ਸੱਚ ਸ਼ਬਦ ਹੁੰਦਾ, ਸੱਚਾ ਬ੍ਰਹਮ ਨੀਸਾਨ ਹੁੰਦਾ, ਪ੍ਰਗਟ ਹੋ ਗਿਆ। ਜਦੋਂ ਬੰਦਗੀ ਕਰੀ ਜਾਈਏ, ਜਦੋਂ ਆਪਾਂ ਆਵਾਜ਼ ਦਿੰਦੇ ਹਾਂ ਵਾਹਿਗੁਰੂ 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 ਵਾਹਿਗੁਰੂ, ਜਦੋਂ ਇੱਕ ਮਨ ਹੋ ਕੇ ਆਵਾਜ਼ ਦਿੰਦੇ ਹਾਂ ਤਾਂ ਵਾਹਿਗੁਰੂ ਸਾਖਿਆਤ ਹੋ ਜਾਂਦੇ ਨੇ, ਦਰਸ਼ਨ ਦੇ ਦਿੰਦੇ ਨੇ, ਕਹਿੰਦੇ ਪ੍ਰਗਟ ਹੋ ਜਾਂਦੇ ਨੇ। ਸੱਚ ਜੇ ਸੱਚੇ ਸੇਵੰਦੇ ਤਿਨ ਵਾਰੀ ਸਦ ਕੁਰਬਾਨ। ਹੁਣ ਜਿਹੜੇ ਕੋਈ ਵੀ ਪੁਰਸ਼ ਹੈ ਸੱਚੇ ਵਾਹਿਗੁਰੂ ਨੂੰ ਸੇਵਦੇ ਨੇ, ਉਹ ਸੱਚੇ ਨੇ। ਮੈਂ ਉਹਨਾਂ ਤੋਂ ਸਦਾ ਬਲਿਹਾਰ ਤੇ ਕੁਰਬਾਨ ਜਾਵਾਂ। ਸ਼ਲੋਕ ਮਹੱਲਾ ਚੌਥਾ। ਧੁਰ ਮਾਰੇ ਪੂਰੈ ਸਤਿਗੁਰੂ ਸੇ, ਹੁਣ ਸਤਿਗੁਰ ਮਾਰੇ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ, ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੇਸ਼ਾਂ ਦਸ਼ਾਂਤਰਾਂ 'ਚ ਸੰਗਤ ਨੂੰ ਤਾਰਦੇ ਹੋਏ ਰਟਨ ਕਰਦੇ ਲਾਹੌਰ ਪਹੁੰਚੇ ਆ, ਤਾਂ ਉਹਨਾਂ ਨੇ ਕੀ ਬਚਨ ਫਰਮਾਇਆ ਸੀ। ਮਹਾਰਾਜ ਕਹਿਣ ਲੱਗੇ ਉਸ ਵੇਲੇ ਲਾਹੌਰ ਵਿੱਚ ਗਊਆਂ ਦਾ ਬਹੁਤ ਵੱਧ ਹੋ ਰਿਹਾ ਸੀ। ਗਊਆਂ ਨੂੰ ਬੁੱਚੜਖਾਨਿਆਂ ਵਿੱਚ ਬਹੁਤ ਮਾਰਦੇ ਸੀ ਲੋਕ। ਗੁਰੂ ਨਾਨਕ ਸਾਹਿਬ ਇਹ ਗਊ ਹੱਤਿਆ ਦੇਖ ਕੇ ਸਹਾਰ ਨਾ ਸਕੇ। ਉਸ ਵੇਲੇ ਕਹਿੰਦੇ ਲਾਹੌਰੀਆਂ ਨੂੰ ਸਰਾਪ ਦੇ ਦਿੱਤਾ, ਜੋ 12 ਤੇ ਵਧੇਕ ਸ਼ਲੋਕਾਂ 'ਚ ਲਿਖਿਆ ਹੈ 1412 ਅੰਗ ਤੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਫਿਰ ਸਿੱਖਾਂ ਨੇ ਪੁੱਛਿਆ ਉਹਨਾਂ ਲਾਹੌਰੀਆਂ ਨੂੰ ਦੂਜੇ ਪਾਤਸ਼ਾਹ ਨੇ ਬਖਸ਼ਿਆ ਹੈ ਜਾਂ ਫਿਰ ਤੀਜੇ ਪਾਤਸ਼ਾਹ ਜੀ ਨੇ? ਆਪ ਕਿਰਪਾ ਕਰਕੇ ਇਹਨਾਂ ਲਾਹੌਰੀਆਂ ਦਾ ਸਾਰਾ ਪ੍ਰਸੰਗ ਸ਼ਰਵਣ ਕਰਾਓ ਜੀ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਸ ਵਕਤ ਸ਼ਬਦ ਉਚਾਰਨ ਕੀਤਾ, ਧੁਰ ਮਾਰੇ ਪੂਰੈ ਸਤਿਗੁਰੂ ਸੇ, ਹੁਣ ਸਤਿਗੁਰ ਮਾਰੇ। ਹੁਣ ਜਿਹੜਾ ਹੈ ਇਹ ਪਦ ਰਹਿਣ ਦੇਣਾ, ਇਹ ਗਾਹਾਂ ਜਾ ਕੇ 7ਵੀਂ ਤੁਕ 'ਚ ਲੱਗਣਾ। ਅਸਲ ਵਿੱਚ ਕਹਿੰਦੇ ਪੂਰੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਸ਼ੁਰੂ ਤੋਂ ਹੀ ਮਾਰੇ ਪਾਪ ਸਰਾਪੇ। ਸਹੀ ਸਤਿਗੁਰ ਮਾਰੇ, ਉਹੀ ਲਾਹੌਰੀਏ ਸਤਿਗੁਰੂ ਅੰਗਦ ਦੇਵ ਜੀ ਨੇ ਮਾਰੇ, ਸਰਾਪਣਾ ਕੀਤੇ। ਕਿਉਂਕਿ ਜਿਸ ਵੇਲੇ ਲਾਹੌਰੀਏ ਖਡੂਰ ਸਾਹਿਬ ਬਖਸ਼ਾਉਣ ਵਾਸਤੇ ਆਏ ਤਾਂ ਗੁਰੂ ਮਹਾਰਾਜ ਨੇ ਕਿਹਾ ਵੱਡਿਆਂ ਦਾ ਦਿੱਤਾ ਹੋਇਆ ਸਰਾਪ ਅਸੀਂ ਨਹੀਂ ਹਟਾ ਸਕਦੇ।
ਤੁਸੀਂ ਜੋ ਪਾਪ ਕਰਮ ਕੀਤੇ, ਇਸ ਲਈ ਉਹਨਾਂ ਦਾ ਫਲ ਤੁਹਾਨੂੰ ਹੀ ਭੋਗਣਾ ਚਾਹੀਦਾ। ਜੇ ਮੇਲਣ ਨੂੰ ਬਹੁ ਤੇਰਾ ਲੋਚੀਐ, ਨਾ ਦੇਈ ਮਿਲਣ ਕਰਤਾਰੇ। ਜੇ ਕੋਈ ਲਾਹੌਰੀਆਂ ਨੂੰ ਗੁਰੂ ਜੀ ਨਾਲ ਮਿਲਣ ਵਾਸਤੇ ਬਹੁਤਾ ਚਾਹਣਾ ਵੀ ਕਰੇ ਨਾ, ਤਾਂ ਵੀ ਕਰਤਾਰ ਵਾਹਿਗੁਰੂ ਉਹਨਾਂ ਨੂੰ ਮਿਲਣ ਹੀ ਨਹੀਂ ਦਿੰਦਾ। ਸਤ ਸੰਗਤ ਢੋਈ ਨਾ ਲਹਿਣ ਵਿੱਚ, ਸੰਗਤ ਗੁਰ ਵਿਚਾਰੇ। ਗੁਰਾਂ ਨੇ ਸਤ ਸੰਗਤ ਵਿੱਚ ਟੇਕ ਕੇ ਇਸਤਤ ਹੋ ਕੇ ਵਿਚਾਰ ਕੀਤਾ ਕਿ ਇਹ ਲਾਹੌਰੀਏ ਜਿਹੜੇ ਸਿੱਖ ਨੇ, ਇਹ ਲਾਹੌਰੀਏ ਗੁਰੂ ਦੀ ਸਤ ਸੰਗਤ ਵਿੱਚ ਢੋਈ ਨਾ ਲੈਣ, ਢੁਕਣਾ ਨਹੀਂ, ਆਸਰਾ ਨਾ ਲੈਣ। ਭਾਵ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਦਾਰੇ। ਜਿਹੜਾ ਕੋਈ ਬੰਦਾ ਹੁਣ ਉਹਨਾਂ ਲਾਹੌਰੀਆਂ ਨੂੰ ਜਾ ਕੇ ਮਿਲੇਗਾ, ਸੰਗਤ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਉਹ ਪੁਰਸ਼ ਨੂੰ ਜਮ ਜੰਦਾਰੇ, ਭਾਵ ਜਿਹੜੇ ਜਮ ਨੇ ਉਹ ਡੰਡਾ ਲੈ ਕੇ ਮਾਰੇਗਾ। ਜਮ ਜੋ ਜਿੰਦਦਾਰੀ ਆ ਉਹ ਮਾਰੇਗਾ ਬਈ, ਕਿਉਂਕਿ ਲਾਹੌਰੀਏ ਸਰਾਪੇ ਹੋਏ ਨੇ, ਆਪਾਂ ਕਾਹਨੂੰ ਮਿਲਣਾ ਉਹਨਾਂ ਨੂੰ। ਗੁਰ ਬਾਬੈ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਸਭ ਦੇ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਹਨ, ਉਹਨਾਂ ਨੇ ਜਿਨ੍ਹਾਂ ਨੂੰ ਫਟਕਾਰਿਆ ਉਹ ਫਿੱਟ ਗਏ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਕਹਿੰਦੇ ਝੂਠੇ ਕਰ ਦਿੱਤਾ, ਜਾਓ ਆਪੇ ਭੋਗੋ। ਹੁਣ ਜਿਹੜੇ ਪੁਰਸ਼ ਬਾਬੇ ਗੁਰੂ ਨਾਨਕ ਦੇਵ ਜੀ ਨੇ ਫਟਕਾਰੇ ਹੈ, ਉਹੀ ਪੁਰਸ਼ ਗੁਰੂ ਅੰਗਦ ਦੇਵ ਜੀ ਨੇ ਕੂੜਿਆਂ ਕਰਕੇ ਫਟਕਾਰੇ ਹੈ। ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਗੁਰਿਆਈ ਗੱਦੀ ਪਰ ਬਿਰਾਜਮਾਨ ਹੋਏ, ਉਸ ਵੇਲੇ ਲਾਹੌਰੀਆਂ ਨੇ ਫਿਰ ਗੋਇੰਦਵਾਲ ਸਾਹਿਬ ਆ ਕੇ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਪਣੇ ਬਿਰਦ ਦੀ ਲੱਜਾ ਰੱਖਦਿਆਂ ਹੋਇਆਂ ਸਾਨੂੰ ਔਗਣਿਆਰਿਆਂ ਨੂੰ ਬਖਸ਼ ਲਓ, ਕਿਰਪਾ ਕਰ ਦਿਓ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਉਸ ਵੇਲੇ ਫਿਰ ਤੀਜੇ ਪਾਤਸ਼ਾਹ ਤੀਜੀ ਪੀੜੀ ਵਾਲੇ ਗੁਰੂ ਅਮਰਦਾਸ ਜੀ ਨੇ ਵਿਚਾਰਿਆ ਵੀ ਇਹਨਾਂ ਵਿਚਾਰਿਆਂ ਦੇ ਵੈਸੇ ਦੇਖਿਆ ਜਾਏ ਹੱਥ ਵਿੱਚ ਕੀ ਆ, ਅਧੀਨ ਕੀ ਆ ਇਹਨਾਂ ਦੇ। ਇਹ ਪਾਪ ਕਰਮ ਤਾਂ ਕਰ ਬੈਠੇ ਆ, ਕਿਉਂਕਿ ਅਣਜਾਣ ਜੀਵ ਨੇ ਅਵਾ ਤਵਾ ਬੋਲਤਾ ਜਾਂ ਗਊਆਂ ਮਾਰਤੀਆਂ, ਮਾੜੇ ਕੰਮ ਕੀਤੇ ਨੇ। ਪਰ ਹੁਣ ਸਾਡੇ ਅਨੰਨ ਸੇਵਕ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਲਾਹੌਰ ਦੇ ਨੇ, ਇਹ ਵੀ ਦੇਖਣਾ ਪੈਣਾ, ਉਹਨਾਂ ਦੇ ਪਿੱਛੇ ਨਾ ਹੁਣ ਬਖਸ਼ ਦੇਣਾ ਚਾਹੀਦਾ। ਇਹ ਗੱਲ ਵਿਚਾਰ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕਰਤਾ। 12 ਤੇ ਵਧੇਕ ਚ 1412 ਅੰਗ ਤੇ ਜਿੱਥੇ ਆਉਂਦਾ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਹੁਣ ਤੀਜੇ ਪਾਤਸ਼ਾਹ ਨੇ ਅੱਗੇ ਲਿਖਿਆ, ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਅੰਮ੍ਰਿਤਸਰ ਨਾਲ ਸਿਫਤੀ ਦਾ ਘਰ ਹੋਣ ਕਰਕੇ ਲਾਹੌਰ ਸ਼ਹਿਰ ਸੁੱਖੀ ਸਾਂਦੀ ਵਸੇਗਾ। ਵਿੱਚੋਂ ਜ਼ਹਿਰ ਕਹਿਰ ਵਾਲਾ ਸ਼ਬਦ ਹਟਾ ਦਿੱਤਾ, ਨਹੀਂ ਤਾਂ ਲਾਹੌਰ ਵਿੱਚ ਬੜਾ ਪਾਪ ਹੁੰਦਾ ਸੀ ਤੜਕੇ ਦੇ ਪਹਿਲੇ ਸਵਾ ਪਹਿਰ। ਗੁਰ ਚੌਥੀ ਪੀੜੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਜਿਸ ਗੁਰੂ ਨੇ ਸਾਨੂੰ ਚੌਥੀ ਪੀੜੀ ਤੇ ਟਿਕਾਇਆ, ਮਹਾਰਾਜ ਕਹਿੰਦੇ ਉਹਨਾਂ ਗੁਰੂ ਅਮਰਦਾਸ ਜੀ ਨੇ ਹੁਣ ਨਿੰਦਕ ਦੁਸ਼ਟ ਸਾਰੇ ਤਾਰ ਦਿੱਤੇ। ਹੁਣ ਜੋ ਪਹਿਲੀ ਤੁਕ ਵਿੱਚ ਹੁਣ ਅੱਖਰ ਆਪਾਂ ਛੱਡ ਦਿੱਤਾ ਸੀ, ਇਹ 7ਵੀਂ ਤੁਕ ਵਿੱਚ ਲਾ ਦਿੱਤਾ। ਹੁਣ ਬਖਸ਼ ਲੈ ਸਾਰਿਓ। ਕੋਈ ਪੁੱਤ ਸਿੱਖ ਸੇਵਾ ਕਰੇ, ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ। ਜਿਹੜਾ ਕੋਈ ਪੁੱਤਰ ਜਾਂ ਸਿੱਖ ਸਤਿਗੁਰਾਂ ਦੀ ਸੇਵਾ ਕਰਦਾ, ਉਹਦੇ ਸਾਰੇ ਕਾਰਜ ਗੁਰੂ ਸਾਹਿਬ ਜੀ ਸਵਾਰ ਦਿੰਦੇ ਨੇ। ਜੋ ਇੱਛਾ ਹੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜੋ ਵੀ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰਦਾ। ਉਹ ਜੋ ਸਿੱਖ ਆਪਣੇ ਪੁੱਤਰ ਅਤੇ ਲਖਮੀ ਹੁੰਦਾ, ਇਸਤਰੀ ਨੂੰ ਖੜ ਹੁੰਦਾ, ਲਿਜਾ ਕੇ ਗੁਰਚਰਨਾਂ ਦੇ ਨਾਲ ਮੇਲਦਾ, ਸਤਿਗੁਰਾਂ ਦੇ ਅੱਗੇ ਭੇਟਾ ਅਰਪਣ ਕਰਦਾ, ਉਹਨੂੰ ਹਰੀ ਸਰੂਪ ਸਤਿਗੁਰੂ ਮਹਾਰਾਜ ਜੀ ਹਰੀ ਨਾਲ ਮੇਲ ਕੇ ਸੰਸਾਰ ਸਾਗਰ ਤੋਂ ਤਾਰ ਦਿੰਦੇ ਨੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰ ਧਾਰੇ। ਸਾਰੇ ਖਜ਼ਾਨੇ ਸਤਿਗੁਰਾਂ ਦੇ ਵਿੱਚ ਹੀ ਨੇ। ਜਿਨ੍ਹਾਂ ਸਤਿਗੁਰਾਂ ਦੇ ਦੇਖਿਆ ਵੀ ਹਿਰਦੇ ਅੰਦਰ ਹਰੀ ਨੂੰ ਧਾਰਿਆ, ਜਿਨ੍ਹਾਂ ਸਤਿਗੁਰਾਂ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਇਹ ਖਜ਼ਾਨਾ ਭਰਿਆ ਨਾਮ ਦਾ ਸਮੁੰਦਰ ਨੇ ਸਤਿਗੁਰੂ ਮਹਾਰਾਜ। ਗੁਰ ਸਾਗਰ ਰਤਨੀ ਭਰਪੂਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 'ਚ ਭਰੇ ਪਏ ਖਜ਼ਾਨੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਪੂਰਿਆਂ ਸਤਿਗੁਰਾਂ ਨੂੰ ਅਸਲ ਵਿੱਚ ਉਹੀ ਬੰਦਾ ਪ੍ਰਾਪਤ ਕਰ ਸਕਦਾ, ਗੁਰੂ ਵਾਲਾ ਉਹੀ ਬਣਦਾ, ਗੁਰੂ ਘਰ 'ਚ ਉਹੀ ਆਉਂਦਾ ਜਿਹਦੇ ਲਿਲਾਰੇ ਹੁੰਦਾ ਮੱਥੇ ਪਰ ਸ੍ਰੇਸ਼ਟ ਲੇਖ ਲਿਖਿਆ ਕਿ ਇਹਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ। ਅੱਜ ਗੁਰਸਿੱਖਾਂ ਨੂੰ ਇਹ ਬੇਨਤੀ ਵੀ ਖਿਜੀ ਨਾ ਜਾਇਆ ਕਰੋ ਵੀ
ਫਲਾਨੇ ਕੋਲ ਚਲੇ ਗਏ, ਉਹ ਨਕਲੀ ਗੁਰੂ ਕੋਲ ਚਲੇ ਗਏ, ਉਹ ਫਲਾਨਾ ਅੰਮ੍ਰਿਤ ਹੀ ਨਹੀਂ ਛਕਦਾ, ਇਹਨੂੰ ਇੰਨਾ ਕਿਹਾ ਫਲਾਨਾ। ਭਾਈ ਮੱਥੇ ਤੇ ਨਹੀਂ ਲਿਖਿਆ ਹੋਇਆ। ਜੇ ਮਸਤਕ ਤੇ ਲਿਖਿਆ ਹੋਵੇ ਤਾਂ ਬੰਦੇ ਦੇ ਹੁਣ ਮੱਥੇ ਤੇ ਲਿਖਿਆ ਹੀ ਨਹੀਂ ਅੰਮ੍ਰਿਤ ਦੀ ਦਾਤ, ਸਤਿਗੁਰਾਂ ਦੀ ਦਾਤ ਕਿਤੇ ਐਵੇਂ ਮਿਲ ਜਾਂਦੀ। ਅੰਮ੍ਰਿਤ ਦੀ ਦਾਤ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਗੁਰੂ ਨਾਨਕ ਸਾਹਿਬ ਦੇ ਐਵੇਂ ਲੱਗ ਜਾਂਦਾ। ਜਿਹੜੇ ਭਾਗ ਹੀ ਨਹੀਂ ਚੰਗੇ ਵਿਚਾਰੇ ਦੇ ਮੱਥੇ ਦੇ, ਉਹ ਕਿਵੇਂ ਲੜ ਲੱਗ ਸਕਦਾ। ਤਾਂ ਚੰਗੇ ਭਾਗਾਂ ਦੀ ਨਿਸ਼ਾਨੀ ਹੋਵੇ ਨਾ। ਸਿਆਣੇ ਕਹਿੰਦੇ ਜਿਵੇਂ ਬੋਹੜ ਦਾ ਦਰਖਤ ਜਿਹੜਾ ਹੁੰਦਾ, ਬਰੋਟਾ ਕਹਿੰਦੇ ਜਿਹਨੂੰ, ਉਹ ਦੇਖ ਲਓ ਵੀ ਬਰੋਟੇ ਦਾ ਦਰਖਤ ਜਿਹੜਾ ਹੁੰਦਾ, ਕਹਿੰਦੇ ਜੇ ਸਾਰੇ ਪੱਤਿਆਂ ਦੀ ਗਿਣਤੀ ਕਰੀਏ ਇੰਨੇ ਭਾਗ ਚੰਗੇ ਹੋਣ ਤਾਂ ਮਨੁੱਖਾ ਜਨਮ ਮਿਲਦਾ। ਜਿੰਨੀਆਂ ਨੂੰ ਗੋਹਲਾਂ ਲੱਗੀਆਂ ਹੁੰਦੀਆਂ ਨੇ, ਜੇ ਉਹ ਸਾਰੀਆਂ ਗੋਹਲਾਂ ਗਿਣੀ ਜੇ ਇੰਨੇ ਚੰਗੇ ਭਾਗ ਹੋਣ ਤਾਂ ਸਿੱਖਾਂ ਦੇ ਘਰ ਜਨਮ ਲੈਂਦਾ। ਗੋਹਲਾਂ ਵਿੱਚ ਜਿੰਨੇ ਬੀਜ ਨੇ ਹੁੰਦੇ ਛੋਟੇ ਛੋਟੇ, ਉਹਨਾਂ ਦੀ ਗਿਣਤੀ ਕਰਕੇ ਜੇ ਇੰਨੇ ਚੰਗੇ ਭਾਗ ਹੋਣ, ਭਾਵ ਇੰਨੇ ਬੀਜਾਂ ਜਿੰਨੇ ਭਾਗ ਚੰਗੇ ਹੋਣ, ਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਆਪਾਂ ਐਵੇਂ ਜਣੇ ਖੜੇ ਨੂੰ ਕਿ ਵੀ ਸਾਰੀ ਦੁਨੀਆ ਨੂੰ ਅੱਜ ਮੈਂ ਅੰਮ੍ਰਿਤ ਛਕਾਉਣਾ, ਸਾਰੀ ਦੁਨੀਆ ਨੂੰ ਐਂ ਕਰ ਦੇਣਾ। ਨਹੀਂ, ਵਿਚਾਰਿਆਂ ਜਿੰਨੇ ਭਾਗ ਚੰਗੇ ਨਹੀਂ, ਮਾੜੇ ਭਾਗਾਂ ਵਾਲਾ ਕਦੇ ਵੀ ਸੱਚੇ ਸਤਿਗੁਰ ਕੋਲ ਨਹੀਂ ਆ ਸਕਦਾ। ਉਹ ਕਿਤੇ ਹੋਰ ਹੀ ਤੁਰੇ ਰਹਿੰਦੇ ਨਕਲੀ ਗੁਰੂਆਂ ਦੇ ਕੋਲੇ। ਜਿਨ੍ਹਾਂ ਦੇ ਚੰਗੇ ਭਾਗ ਜਾਗ ਜਾਂਦੇ ਨੇ, ਉਹ ਸਤਿਗੁਰ ਦੀ ਹਜ਼ੂਰੀ 'ਚ ਆ ਜਾਂਦੇ, ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰਸਿੱਖ ਮਿੱਤ ਪਿਆਰੇ। ਮਹਾਰਾਜ ਕਥਨ ਕਰਦੇ ਨੇ, ਮੈਂ ਸੇਵਾਦਾਰ ਦਾਸ ਜਨ ਉਹਨਾਂ ਦੀ ਚਰਨ ਧੂੜ ਮੰਗਦਾ ਜੋ ਗੁਰਸਿੱਖਾਂ ਦੇ ਪਿਆਰੇ ਮਿੱਤਰ ਹਨ। ਜੋ ਗੁਰਸਿੱਖਾਂ ਦੇ ਪਿਆਰੇ ਮਿੱਤਰ ਹਨ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰਸਿੱਖ ਮਿੱਤ ਪਿਆਰੇ, ਅਥਵਾ ਮਿੱਤਰ ਪਿਆਰੇ ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਨੂੰ ਪਿਆਰੇ ਨੇ, ਜਿਹੜੇ ਗੁਰਸਿੱਖਾਂ ਨੂੰ ਪਿਆਰੇ। ਮੈਂ ਤਾਂ ਸਾਰਿਆਂ ਦੀ ਚਰਨ ਧੂੜ ਉਹਨਾਂ ਗੁਰਸਿੱਖਾਂ ਦੀ ਮੰਗਦਾ। ਮਹੱਲਾ ਚੌਥਾ 308 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ ਕੋ ਆਪ ਦੇ ਵਡਿਆਈ, ਜਗਤ ਪੀ ਆਪੇ ਆਣ, ਤਿਨ ਕੋ ਪੈਰੀ ਪਾਏ। ਦੇਖੋ ਕਹਿੰਦੇ ਵਾਹਿਗੁਰੂ ਦੀ ਐਸੀ ਕਰਨੀ, ਐਸੀ ਲੀਲਾ, ਉਹ ਪ੍ਰਮਾਤਮਾ ਜਿਨ੍ਹਾਂ ਨੂੰ ਆਪ ਹੀ ਵਡਿਆਈ ਦੇਣੀ ਚਾਹੁੰਦਾ ਨਾ, ਉਹਨਾਂ ਦੇ ਚਰਨਾਂ ਉੱਤੇ ਸਾਰੇ ਜਗਤ ਨੂੰ ਆਪੇ ਹੀ ਆਣ ਕੇ ਲਿਆ ਕੇ ਪਾ ਦਿੰਦਾ। ਜਿਵੇਂ ਭਾਈ ਮਰਦਾਨੇ ਨੇ ਇੱਕ ਵਾਰ ਬਚਨ ਕੀਤਾ ਮਹਾਰਾਜ ਕੋਲੇ, ਕਹਿਣ ਲੱਗਿਆ, ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਤੁਹਾਡੇ ਲੋਕ ਮੱਥਾ ਟੇਕਦੇ ਆ, ਪਦਾਰਥ ਭੇਟਾ ਕਰਦੇ ਆ, ਮਾਇਆ ਦਿੰਦੇ ਆ। ਮਹਾਰਾਜ ਮੇਰਾ ਵੀ ਫੁਰਨਾ ਜਿਹਾ ਹੋ ਗਿਆ ਅੱਜ, ਵੀ ਮੇਰੀ ਵੀ ਕਿਤੇ ਮਾੜੀ ਮੋਟੀ ਵਡਿਆਈ ਕਰਾ ਦਿਓ, ਮੈਨੂੰ ਵੀ ਲੋਕ ਮੱਥਾ ਟੇਕਣ, ਮੇਰਾ ਵੀ ਜੀ ਜਿਹਾ ਕਰਦਾ, ਭੇਟਾ ਪੂਜਾ ਆਵੇ। ਹੱਸ ਪਏ ਸੱਚੇ ਪਾਤਸ਼ਾਹ, ਚੱਲ ਮਰਦਾਨਿਆ ਤੇਰੀ ਇੱਛਾ ਪੂਰੀ ਕਰਦੇ ਆ, ਤੂੰ ਸਾਡੇ ਨਾਲ ਰਹਿ ਕੇ ਕੀਰਤਨ ਦੀ ਸੇਵਾ ਕਰਦਾ, ਚੱਲ ਅਗਲੇ ਪਿੰਡ। ਕਹਿੰਦੇ ਜਾ ਤੂੰ ਐ ਕਰ, ਅਸੀਂ ਬਾਹਰ ਬੈਠਦੇ ਹਾਂ, ਜਾ ਅਗਲੇ ਪਿੰਡ, ਤੂੰ ਹੁਣ ਇਕੱਲਾ ਜਾ ਅੰਦਰ। ਕਹਿੰਦੇ ਭਾਈ ਬਾਲਾ ਆਪਾਂ ਇੱਥੇ ਬਹਿੰਦੇ ਆ, ਇਹਨੂੰ ਭੇਜੀਏ। ਐਸੀ ਕਲਾ ਵਰਤਾਈ, ਜਿਉਂ ਹੀ ਪਿੰਡ 'ਚ ਭਾਈ ਮਰਦਾਨਾ ਜੀ ਵੜੇ, ਸਾਰੀ ਦੁਨੀਆ ਟੁੱਟ ਕੇ ਚਰਨਾਂ ਨੂੰ ਪੈ ਗਈ। ਜਿਹੜਾ ਆਵੇ ਮੱਥਾ, ਆਓ ਜੀ ਸਾਂਝੀ ਆਓ ਕਰਕੇ। ਪਿੰਡ ਦੇ ਚਰਸਤੇ ਦੇ ਕੋਲ ਬਰੋਟਾ ਸੀ, ਉੱਥੇ ਥੜਾ ਬਣਿਆ, ਉੱਥੇ ਮੰਜਾ ਡਾਹਤਾ, ਪਲੰਘ ਚਾਦਰਾਂ ਵਿਛਾ ਕੇ ਸਾਰੇ ਜਾਣੇ ਮੱਥਾ ਹੀ। ਭਾਈ ਮਰਦਾਨਾ ਇਹਨਾਂ ਕੋਈ ਖੀਰ, ਕੋਈ ਕੜਾਹ, ਕੋਈ ਪ੍ਰਸ਼ਾਦ, ਕੋਈ ਰੋਟੀ, ਕੋਈ ਕੁਛ ਲਿਆ ਕੇ ਰੱਖੀ ਜਾਣ। ਹੌਲੀ ਹੌਲੀ ਖੇਸ, ਕੰਬਲ, ਭੇਟਾ, ਮੋਹਰਾਂ, ਸੋਨਾ, ਚਾਂਦੀ, ਹੀਰੇ ਭਾਈ ਮਰਦਾਨੇ ਨੇ ਪੰਡਾਂ ਬੰਨ੍ਹ ਕੇ ਸਿਰ ਤੇ ਰੱਖ ਲੀਆਂ, ਮੋਢਿਆਂ ਨਾਲ ਥੈਲੇ ਲਟਕਾ ਲਏ, ਜੇਬਾਂ ਭਰ ਲੀਆਂ ਹੀਰਿਆਂ ਮੋਤੀਆਂ ਦੀਆਂ। ਬੜਾ ਭਾਰਾ ਸਮਾਨ ਚੁੱਕਿਆ ਨਾ ਜਾਵੇ, ਮਸਾਂ ਹੀ ਆਵੇ ਤੁਰਦਾ। ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ, ਕਿਉਂ ਮਰਦਾਨਾ ਇਹ ਇੰਨਾ ਸਮਾਨ ਚੱਕ ਲਿਆ? ਇੰਨੇ ਹੱਸੇ ਮਹਾਰਾਜ, ਕਹਿੰਦੇ ਟਿਕਾਲੇ ਮੱਥੇ, ਚੱਕ ਲਿਆ ਸਮਾਨ ਸਾਰਾ, ਇਹ ਕਿੱਥੇ ਲੈ ਕੇ ਜਾਣਾ? ਆਪਾਂ ਤਾਂ ਹਲੇ ਪੰਜਾਬ ਨੂੰ ਜਾਣਾ ਨਹੀਂ, ਇਹ ਨਾਲ ਚੱਕੀ ਫਿਰੇਗਾ। ਸੋ ਸਾਖੀ ਆਪਾਂ ਸੁਣੀ ਸਾਰੇ ਨੇ, ਮਹਾਰਾਜ ਸਭ ਕੁਛ ਢਾ ਦਿੱਤਾ ਸੀ। ਪਰ ਜੇ ਵਡਿਆਈ ਦੇਣੀ ਹੋਵੇ ਨਾ, ਉਹਨਾਂ ਦੇ ਚਰਨਾਂ ਉੱਤੇ ਸਾਰੇ ਜਗਤ ਨੂੰ ਆਪੇ ਹੀ ਲਿਆ ਕੇ ਪਾ ਦਿੰਦੇ ਨੇ। ਡਰੀਐ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਡਰੀਏ ਤਾਂ ਜੇ ਕੁਛ ਆਪਣੇ ਆਪ ਕੀਚਾ ਕਰੀਏ, ਕੀਚਾ ਤੋਂ ਭਾਵਨਾ ਕਰੀਏ। ਇਹ ਤਾਂ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਾਰੇ ਆਪਣੀ ਸ਼ਕਤੀ ਵਧਾ ਰਿਹਾ। ਦੇਖੋ ਭਾਈ ਇਹੋ ਅਖਾੜਾ, ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਭ ਆਣ ਨਿਵਾਏ। ਭਾਈ ਦੇਖੋ ਕਹਿੰਦੇ ਹਰੀ ਸੱਚੇ ਪ੍ਰੀਤਮ ਦਾ ਇਹ ਅਖਾੜਾ ਸੰਸਾਰ, ਜਿਵੇਂ ਭਲਵਾਨਾਂ ਦਾ ਅਖਾੜਾ ਹੁੰਦਾ,
ਇਸੇ ਤਰ੍ਹਾਂ ਸੱਚੇ ਦਾ ਅਖਾੜਾ ਸੰਸਾਰ ਦੇਖੋ, ਜਿਹਨੇ ਆਪਣੇ ਬਲ ਨਾਲ ਸਾਰੇ ਜੀ ਜੰਤ ਸਤਿਗੁਰਾਂ ਦੇ ਅੱਗੇ ਲਿਆ ਕੇ ਨਵਾ ਦਿੱਤੇ, ਝੁਕਾ ਦਿੱਤੇ। ਸਭ ਕੋਈ ਦੁਨੀਆ ਮਹਾਰਾਜ ਨੂੰ ਮੱਥਾ ਟੇਕਦੀ ਹੈ। ਅਕਾਲ ਪੁਰਖ ਦੀ ਲੀਲਾ ਹੀ ਹੈ। ਆਪਣੇ ਆਪ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ। ਹਰੀ ਸੁਆਮੀ ਆਪਣੇ ਭਗਤਾਂ ਦੀ ਫਿਰ ਆਪ ਹੀ ਰੱਖਿਆ ਕਰਦਾ ਹੈ। ਡਰਨਾ ਨਹੀਂ ਚਾਹੀਦਾ। ਬਹੁਤ ਲੋਕ ਨਿੰਦਾ ਕਰੀ ਜਾਂਦੇ ਨੇ, ਬਹੁਤ ਲੋਕ ਦੁਸ਼ਟ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਨੇ ਭਗਤਾਂ ਨੂੰ, ਅਤੇ ਨਿੰਦਕਾਂ ਦੁਸ਼ਟਾਂ ਦੇ ਸਾਰੇ ਮੂੰਹ ਕਾਲੇ ਆਪ ਹੀ ਪਰਮੇਸ਼ਰ ਕਰਵਾ ਦਿੰਦਾ। ਫਿਰ ਉਹਨਾਂ ਤੋਂ ਇਸੇ ਪ੍ਰਕਾਰ ਦੀ ਗਲਤੀ ਕਰਾਉਂਦਾ ਹੈ ਕਿ ਮੁੜ ਕੇ ਉਹਨਾਂ ਦੇ ਮੂੰਹ ਹੀ ਕਾਲੇ ਹੋ ਜਾਂਦੇ ਜੱਗ ਦੇ ਵਿੱਚ। ਸਤਿਗੁਰੂ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਸੰਸਾਰ ਵਿੱਚ ਸਤਿਗੁਰਾਂ ਦੀ ਵਡਿਆਈ ਨਿਤਾ ਪ੍ਰਤੀ ਸਵਾਈ ਤੋਂ ਸਵਾਈ ਚੜ੍ਹ ਰਹੀ ਹੈ, ਕਿਉਂਕਿ ਸਤਿਗੁਰਾਂ ਪਾਸੋਂ ਹਰੀ ਆਪ ਹੀ ਕੀਰਤੀ ਤੇ ਭਗਤੀ, ਕੀਰਤਨ ਭਗਤੀ ਰੋਜ਼ ਕਰਵਾਉਂਦਾ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਕਹਿੰਦੇ ਗੁਰ ਸਿੱਖੋ ਭਾਈ, ਰਾਤ ਦਿਨੇ ਤੁਸੀਂ ਗੁਰ ਸਿੱਖੋ ਨਾ ਤਾਂ ਹਰੀ ਦਾ ਨਾਮ ਰਾਤ ਦਿਨ ਬਹਿੰਦੇ ਉੱਠਦੇ ਜਪਦੇ ਰਹੋ। ਹਰੀ ਕਰਤੇ ਦੇ ਸਰੂਪ ਜੋ ਸਤਿਗੁਰੂ ਆ, ਉਹ ਸਿੱਖ ਨੂੰ ਸਰੂਪ ਰੂਪੀ ਘਰ ਵਿੱਚ ਵਸਾ ਦਿੰਦੇ ਨੇ, ਹਿਰਦੇ 'ਚ ਸੰਗਤ ਵਿੱਚ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਸਵਾਰੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਹੇ ਗੁਰ ਸਿੱਖੋ, ਸਤਿਗੁਰਾਂ ਦੀ ਬਾਣੀ ਨੂੰ ਸੱਚ ਸੱਚ ਕਰਕੇ ਜਾਣੋ, ਨਿਸ਼ਚੈ ਕਰਕੇ ਸੱਚ ਜਾਣੋ। ਇਹ ਬਾਣੀ ਐਵੇਂ ਨਹੀਂ ਹੈ। ਕਈ ਲੋਕ ਮਹਾਰਾਜ ਦੀ ਰੀਸ ਨਾਲ ਬੜੇ ਬੜੇ ਗ੍ਰੰਥ ਲਿਖਾਉਣੇ ਆਰੰਭ ਕਰਦੇ ਨੇ, ਬਰਾਬਰਤਾ ਕਰਦੇ ਨੇ। ਗ੍ਰੰਥ ਤਾਂ ਲਿਖ ਲਿਆ, ਸੱਤਾ ਕਿੱਥੋਂ ਲਿਆਉਣੀ ਉਹਦੇ 'ਚ? ਉਹਦੇ ਤਾਕਤ ਕਿੱਥੋਂ ਪਾਉਣੀ? ਉਹ ਜੋਤ ਕਿੱਥੋਂ ਆਉਣੀ ਹੈ? ਕਿਉਂਕਿ ਹਰੀ ਕਰਤਾ ਆਪ ਹੀ ਸਤਿਗੁਰਾਂ ਦੇ ਮੂੰਹ ਵਿੱਚੋਂ ਬਾਣੀ ਕਢਵਾਉਂਦਾ। ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ। ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਤਿਗੁਰੂ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਇਸ ਕਰਕੇ ਉਹ ਜਿਹੜੀ ਲੋਕ ਉਚਾਰਦੇ ਨੇ ਬੜੇ ਬੜੇ ਗ੍ਰੰਥ ਹੈ, ਤਾਂ ਕਵੀਆਂ ਨੂੰ ਪੈਸੇ ਦੇ ਦੇ ਕੇ, ਇੱਕ ਗੁਰੂ ਸੀ ਨਕਲੀ, ਉਹ ਕਵੀਆਂ ਨੂੰ ਪੈਸੇ ਦੇ ਦੇ ਕੇ ਆਖੇ ਮੈਂ 9 ਮਣ ਦਾ ਗ੍ਰੰਥ ਲਿਖਣਾ, 9 ਮਣ ਦਾ ਗ੍ਰੰਥ। ਮੁੜ ਕੇ ਚੜ੍ਹਾਈਆਂ ਵੀ ਕਰ ਗਿਆ ਫਿਰ। ਇਸ ਕਰਕੇ ਸਤਿਗੁਰੂ ਕਹਿੰਦੇ ਹੋ ਗੁਰੂ ਦੀ ਰੀਸ ਨਾਲ ਕੋਈ ਐਵੇਂ ਕੋਸ਼ਿਸ਼ ਕਰੇ, ਸਭ ਨਿਸਫਲ ਹੈ। ਉਹ ਵੀ ਮਰੂ, ਗੁਰੂ ਵੀ ਮਰੂ, ਜਿਹੜਾ ਉਹਦੀ ਬਾਣੀ ਪੜੂਗਾ ਨਕਲੀ ਉਹ ਵੀ ਮਰੂਗਾ। ਗੁਰ ਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਕਹਿੰਦੇ ਹਰੀ ਪਿਆਰਾ ਗੁਰਸਿੱਖਾਂ ਦੇ ਮੂੰਹ ਉਜਲੇ ਕਰਦਾ ਭਾਈ, ਅਤੇ ਸਾਰੇ ਸੰਸਾਰ ਵਿੱਚ ਗੁਰਾਂ ਦਾ ਜੈ ਜੈਕਾਰ ਕਰਾਉਂਦਾ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਮਹਾਰਾਜ ਕਥਨ ਕਰਦੇ ਨੇ ਗੁਰਮੁਖ ਜਨ ਜਿਹੜੇ ਹਰੀ ਦਾ ਦਾਸ ਹੈ, ਤੇ ਹਰੀ ਆਪਣੇ ਦਾਸਾਂ ਦੀ ਹਰ ਤਰ੍ਹਾਂ ਕਰਕੇ ਇੱਜ਼ਤ ਰਖਾਉਂਦਾ, ਪੈਜ ਰੱਖਦਾ, ਹੋਵੇ ਉਹਦਾ ਦਾਸ। ਕਈ ਕਹਿੰਦੇ ਮੇਰੇ ਨਾਲ ਐ ਹੋ ਗਿਆ, ਐ ਹੋ ਗਿਆ। ਜੇ ਸੱਚਮੁੱਚ ਮਹਾਰਾਜ ਦਾ ਬਣ ਜੇ, ਮਹਾਰਾਜ ਦਾ ਐਨ ਦਿਲੋਂ ਬਣਿਆ ਹੋਵੇ, ਨਿਤਨੇਮੀ ਪ੍ਰੇਮੀ ਸਿਮਰਨ ਬੰਦਗੀ, ਮਹਾਰਾਜ ਸੱਚੇ ਪਾਤਸ਼ਾਹ ਆਂਚ ਵੀ ਨਹੀਂ ਆਉਣ ਦਿੰਦੇ। ਭਾਈ ਵਿਧੀ ਚੰਦ ਮੱਚਦੇ ਭੱਠ 'ਚ ਵੜ ਕੇ ਰੋਮ ਵੀ ਨਹੀਂ ਸੜਨ ਦਿੱਤਾ। ਹੁਣ ਜਿਹੜਾ ਹੈ ਵੀ ਨਹੀਂ ਗੁਰੂ ਵਾਲਾ, ਬੇਮੁਖ ਜਿਹਾ ਬਣਿਆ ਹੋਇਆ, ਤੇ ਆਪਣੇ ਆਪ ਨੂੰ ਕਹੇ ਕਿ ਮੈਂ ਜੀ ਬੜਾ ਸਿੱਖ ਸੀਗਾ, ਮੈਂ ਕਰਦਾ ਸੀ, ਮੇਰੇ ਤੇ ਇੰਨੇ ਸੰਕਟ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰੂ ਵਾਲਾ ਬਣ ਜੇ ਨਾ, ਨੇਮੀ ਪ੍ਰੇਮੀ ਹੋਵੇ, ਕਰਹਿਤੀਆ ਨਾ ਹੋਵੇ, ਸਤਿਗੁਰੂ ਆਪ ਰੱਖਿਆ ਕਰਦੇ ਉਹਦੀ। ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹਾ ਹਮਾਰੇ। ਇਹ ਸਾਡੇ ਸੱਚੇ ਸ਼ਾਹ, ਤੂੰ ਆਪ ਹੀ ਸੱਚਾ ਸਾਹਿਬ ਹੈ, ਸਾਡਾ ਮਾਲਕ ਹੈ ਤੂੰ, ਸੱਚ ਸਾਹ ਹਮਾਰੇ। ਸੱਚ ਪੂੰਜੀ ਨਾਮ ਦ੍ਰਿੜਾਏ, ਪ੍ਰਭ ਵਣਜਾਰੇ ਥਾਰੇ। ਹੇ ਸਤਿਗੁਰੂ, ਹੇ ਵਾਹਿਗੁਰੂ, ਸਾਨੂੰ ਸੱਚ ਨਾਮ ਰੂਪੀ ਪੂੰਜੀ ਦ੍ਰਿੜ ਕਰਵਾਓ, ਕਿਉਂਕਿ ਅਸੀਂ ਥਾਰੇ ਹੁੰਦਾ ਆਪ ਜੀ ਦੇ ਵਣਜਾਰੇ ਹਾਂ, ਨਾਮ ਦੇ ਵਣਜਾਰੇ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਜ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਸੱਚ ਸੇਵ ਹੈ ਸੱਚ ਵਣੰਜਲ ਹੈ, ਗੁਣ ਕਥੈ ਨਿਰਾਰੇ। ਜਿਹੜੇ ਬੰਦੇ ਸੱਚ ਨਾਮ ਨੂੰ ਜਪਦੇ ਨੇ ਨਾ, ਸੱਚ ਨਾਮ ਨੂੰ ਵਣੰਜਲ ਹੈ ਖਰੀਦ ਲੈਂਦੇ ਨੇ,
ਅਤੇ ਗੁਣਾਂ ਨੂੰ ਕਥਨ ਕਰਦੇ ਨੇ ਉਹ ਸੰਸਾਰ ਤੋਂ ਨਿਰਾਰੇ ਹੁੰਦੇ ਅਸੰਗ ਹੋ ਗਏ। ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ। ਕਹਿੰਦੇ ਉਹ ਇਨਸਾਨ ਸੇਵਕੀ ਭਾਅ ਕਰਕੇ ਵਾਹਿਗੁਰੂ ਨਾਲ ਮਿਲੇ ਨੇ, ਸੇਵਕ ਭਾਵ ਰੱਖਿਆ ਮਨ ਦੇ ਅੰਦਰ, ਸੇਵਾਦਾਰ ਬਣ ਕੇ ਮਿਲੇ ਨੇ, ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਮਨ ਚਿੱਤ ਆਦਿਕਾਂ ਨੂੰ ਸਵਾਰਿਆ ਹੈ। ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ। ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਹੈ, ਅਲਖ ਲਖਣ ਤੋਂ ਰਹਿਤ ਹੈ। ਗੁਰਾਂ ਨੇ ਸ਼ਬਦ ਦੇ ਕੇ ਆਪ ਜੀ ਦਾ ਸਰੂਪ ਲਿਖਾਰੇ ਹੁੰਦਾ ਜਨਾਉਣਾ ਕੀਤਾ। ਸ਼ਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ। ਹੁਣ ਜਿਹੜੇ ਇਨਸਾਨ ਦੇ ਹਿਰਦੇ ਅੰਦਰ ਪਰਾਈ ਤਾਤ ਹੁੰਦੀ, ਦੂਜੇ ਨੂੰ ਦੁੱਖ ਦੇਣ ਦੀ ਇੱਛਾ ਬਣੀ ਰਹਿੰਦੀ ਵੀ ਉਹਨੂੰ ਦੁਖੀ ਕਰ ਦਿਆਂ, ਮੈਂ ਉਹਨੂੰ ਦੁਖੀ ਕਰ ਦਿਆਂ, ਉਹ ਬੰਦੇ ਦਾ ਕਦੇ ਭਲਾ ਨਹੀਂ ਹੋ ਸਕਦਾ। ਇਸੇ ਵਾਸਤੇ ਕਹਿੰਦੇ ਨੇ ਮਹਾਰਾਜ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨਾ ਲੱਗੈ। ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਹ ਜਾੜੀ ਪੂਕਾਰੇ ਖਲਾ। ਉਹ ਪੁਰਸ਼ ਦੇ ਆਖੇ ਕੋਈ ਲੱਗਦਾ ਹੀ ਨਹੀਂ, ਨਿਤ ਹੀ ਸੰਸਾਰ ਉਜਾੜ ਵਿੱਚ ਖਲੋਤਾ ਪੁਕਾਰਦਾ, ਹਾਏ ਹਾਏ ਕਰਦਾ। ਊੜੇ ਦਾ ਮੂੰਹ ਖੁੱਲਾ ਹੋਣ ਕਰਕੇ ਉਹ ਜਾੜੀ ਤੇ ਪੱਪੇ ਦਲੈਂਕੜੇ ਹੋਣ ਕਰਕੇ ਪੂਕਾਰੇ ਤੇ ਖਲਾ ਹੁੰਦਾ। ਇੱਕ ਹੁੰਦਾ ਖੱਲਾ, ਇੱਕ ਹੁੰਦਾ ਖੱਲਾ, ਇੱਕ ਹੁੰਦਾ ਖਲਾ, ਇੱਕ ਹੁੰਦਾ ਇਸ ਪ੍ਰਕਾਰ ਖੱਲਾਂ ਬਹੁਵਾਚਕ, ਖੱਲਾਂ ਬਹੁਤ ਸਾਰੀਆਂ। ਇਸੇ ਪ੍ਰਕਾਰ ਭਾਉ ਖੱਲਾ ਇੱਕੋ ਧੁਆਂਕਣੀ ਹੁੰਦੀ, ਕੱਲਾ ਖੱਲਾ। ਇਹ ਹੈਗਾ ਅਧਿਕ ਤੋਂ ਬਿਨਾ ਖਲਾ, ਖਲਾ ਹੁੰਦਾ ਖਲੋਤਾ। ਉਹ ਜਿਵੇਂ ਆਉਂਦਾ ਨਾ, ਕਹਿੰਦੇ ਖਲਾ ਹਿੱਕ ਤੇ ਬੁੱਝਾਂ ਡੂ। ਕਹਿੰਦੇ ਖੜਾ ਤਾਂ ਇੱਕ ਸੀ, ਮੈਂ ਸਮਝਿਆ ਦੋ ਖੜੇ ਨੇ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਜਿਸ ਇਨਸਾਨ ਦੇ ਹਿਰਦੇ ਅੰਦਰ ਚੁਗਲੀ ਵਾਲਾ ਸੁਭਾਅ ਹੋ ਜਾਏ ਨਾ ਜਿਸ ਪੁਰਸ਼ ਵਿੱਚ, ਉਹ ਹਟਦਾ ਹੀ ਨਹੀਂ ਚੁਗਲੀ ਤੋਂ। ਉਹ ਚੁਗਲ ਜਿਹੜਾ ਚੁਗਲ ਕਰਕੇ ਵੱਜਿਆ ਪ੍ਰਗਟ ਹੁੰਦਾ। ਲੋਕ ਕਹਿੰਦੇ ਉਹ ਚੁਗਲ ਆ ਗਿਆ, ਉਹ ਕਾਲੇ ਮੂੰਹ ਵਾਲਾ ਆ ਗਿਆ, ਪਰ ਹੀ ਰਹੋ ਬਾਬਾ, ਚੁਗਲੀ ਕਰੂਗਾ ਇਹ, ਐਵੇਂ ਨਿੰਦਾ ਕਰੂ, ਚੁਗਲੀ ਕਰੂ, ਉਹਦਾ ਕੀਤਾ ਕਤਰਾ ਸਭ ਨਿਸਫਲ ਚਲਿਆ ਗਿਆ। ਕਿਉਂ? ਕਿਉਂਕਿ ਆਪਾਂ ਇਸ ਗੱਲ ਤੋਂ ਬਚਣਾ ਹੈ। ਚੁਗਲੀ ਹੁੰਦੀ ਹੈ, ਜਿਵੇਂ ਆਪਾਂ ਕਿਸੇ ਨੂੰ ਕਿਹਾ ਲੈ ਮੈਂ ਤੈਨੂੰ ਇੱਕ ਸੱਚੀ ਗੱਲ ਦੱਸਦਾ ਕਿਸੇ ਦੀ, ਪਰ ਤੂੰ ਅੱਗੇ ਨਾ ਦੱਸੀ ਕਿਸੇ ਨੂੰ। ਆਪਾਂ ਉਹਨੂੰ ਬੜਾ ਰੋਕਿਆ ਵੀ ਦੱਸੀ ਨਾ, ਚੱਲ ਤੈਨੂੰ ਦੱਸ ਦਿੰਦੇ ਆ, ਉਹ ਗਾਂਹ ਜਾ ਕੇ ਫਿਰ ਕਿਸੇ ਨੂੰ ਦੱਸ ਦਿੰਦਾ ਹੋਰ। ਉਹ ਹੋ ਜਾਂਦੀ ਚੁਗਲੀ। ਨਿੰਦਾ ਚੁਗਲੀ ਤੋਂ ਸਤਿਗੁਰੂ ਹੋੜਦੇ ਨੇ। ਅਗਲਾ ਤਾਂ ਕਹੇ ਮੈਂ ਤੈਨੂੰ ਆਪਣੇ ਅੰਦਰਲੀ ਗੱਲ ਦੱਸਦਾ, ਆਪਾਂ ਗਾਂਹ ਜਾ ਕੇ ਸਾਰੇ ਹੀ ਫੈਲਾ ਦਈਏ। ਫਿਰ ਚੁਗਲੀ ਕਰਕੇ ਨਾ ਜਿਹੜਾ ਕੰਮ ਵਿਗਾੜ ਦੇਣਾ ਅਗਲੇ ਦਾ, ਮਹਾਰਾਜ ਪਸੰਦ ਨਹੀਂ ਕਰਦੇ। ਚੁਗਲੀ ਕਰਕੇ ਅਗਲਾ ਕੰਮ ਐਵੇਂ ਖਰਾਬ ਕਰਨਾ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਪਿਆ। ਹੁਣ ਜਿਹੜੇ ਬੰਦੇ ਰੋਜ਼ ਅਣਹੋਂਦੀ ਹੋਣੀ ਐਵੇਂ ਕੋਈ ਨਾ ਕੋਈ ਫਿਰ ਵੀ ਪਰਾਈ ਚੁਗਲੀ ਕਰੀ ਜਾਂਦਾ, ਨਿੰਦਾ ਚੁਗਲੀ, ਉਹ ਪੁਰਸ਼ ਕਹਿੰਦੇ ਆਪਣਾ ਮੂੰਹ ਕੱਢ ਕੇ ਵਿਖਾ ਨਹੀਂ ਸਕਦਾ ਦੁਨੀਆ ਨੂੰ, ਕਿਉਂਕਿ ਉਹਦਾ ਮੂੰਹ ਕਾਲਾ ਹੋ ਗਿਆ, ਉਹ ਗੱਲ ਪ੍ਰਗਟ ਹੋ ਗਈ ਸਾਰੇ ਕਿਤੇ। ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਕੀ ਕਰਤੂਤ ਕੀਤੀ ਹੈ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ। ਕਲਯੁਗ ਵਿੱਚ ਇਹ ਸਰੀਰ ਕਰਮਾਂ ਦੀ ਧਰਤੀ ਹੈ। ਇਸ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਹੀ ਖਾਂਦਾ। ਜਿਹਾ ਬੀਜਾ ਸੋਲਣਾ ਕਰਮਾ ਸੰਦਲਾ ਖੇਤ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਸਾਡਾ, ਇਹ ਖੇਤ ਵਾਂਗੂ ਹੈ। ਸੋ ਇਸ ਕਰਕੇ ਇਹਦੇ ਵਿੱਚ ਉਹੋ ਜਿਹਾ ਬੀਜ ਬੀਜੋ ਜਿਹੜਾ ਬੀਜ ਆਪਾਂ ਨੂੰ ਪਨਪੇ ਚੰਗਾ। ਇਹ ਨਾ ਹੋਵੇ ਕੱਲ ਨੂੰ ਕਿੱਕਰ ਦੇ ਬੀਜ ਬੀਜ ਕੇ ਫਿਰ ਕੰਡੇ ਹੀ ਮਿਲਦੇ ਨੇ। ਸਰੀਰ ਖੇਤ ਜੋ ਬੀਜਿਆ ਅੰਤ ਖਲੋਆ ਆਏ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਐਵੇਂ ਗੱਲਾਂ ਉੱਤੇ ਕਦੇ ਤਪਾਵਸ ਦਾ ਅਰਥ ਹੁੰਦਾ ਨਿਆਂ ਨਹੀਂ ਹੁੰਦਾ। ਵਿਆਹ ਖਾਣ ਨਾਲ ਜਲਦੀ ਮਰ ਜਾਂਦਾ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਕਹਿੰਦੇ ਭਾਈ ਕਰਤੇ ਪੁਰਖ ਦਾ ਸੱਚਾ ਨਿਆਂ ਦੇਖੋ, ਜਿਹਾ ਜਿਹਾ ਕੋਈ ਕਰੇਗਾ ਨਾ ਉਹੋ ਜਿਹਾ ਹੀ ਫਲ ਪ੍ਰਾਪਤ ਕਰੇਗਾ। ਕੀ ਲੋੜ ਹੈ ਨਿੰਦਾ ਚੁਗਲੀ ਬਦੀ ਬਖੀਲੀ ਈਰਖਾ ਦਵੈਸ਼ ਕਰਨ ਦੀ? ਉਹਨਾਂ ਪਾਠ ਹੀ ਕਰ ਲਓ। ਮੂਲ ਮੰਤਰ ਹੈ, ਗੁਰਮੰਤਰ ਹੈ, ਸੁਖਮਨੀ ਸਾਹਿਬ ਹੈ, ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ, ਪਾਠ ਕਰ ਲਓ। ਲੋੜ ਹੀ ਨਹੀਂ। ਭਲੇ ਦਾ ਕੰਮ ਕਰ ਲਓ। ਹੋਰ ਨਹੀਂ ਕਥਾ ਦੀਆਂ ਸੀੜੀਆਂ ਵੰਡੀ ਜਾਓ, ਕੀਰਤਨ ਹੀ ਸੁਣੀ ਜਾਓ, ਕੀਰਤਨ ਕਰੋ। ਹੋਰ ਨਹੀਂ ਪਾਠ ਕਰ ਲਓ, ਗੁਰੂ ਘਰ ਸੇਵਾ ਕਰ ਲਓ। ਜ਼ਰੂਰ ਮੂੰਹ ਨਾਲ ਆਪਣਾ ਕੰਮ ਖਰਾਬ ਕਰਨਾ ਬੋਲ ਕੇ। ਸੋ ਕਹਿੰਦੇ ਬੋਲੀ ਕਾਜ ਵਿਗਾੜਿਆ ਜਾਂ ਮੂਲੀ ਬੱਤਾ। ਇਸ ਕਰਕੇ ਹਮੇਸ਼ਾ ਇਹ ਧਿਆਨ ਰੱਖਣਾ ਵੀ ਆਪਾਂ ਨੇ ਆਲਤੂ ਫਾਲਤੂ ਗੱਲਾਂ ਨਾਲੋਂ ਬਾਣੀ ਪੜ੍ਹ ਲੈਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗੀ ਗੱਲ ਹੁੰਦੀ ਹੈ। ਜਨ ਨਾਨਕ ਕਉ ਸਭ ਸੋਝੀ ਪਾਈ,
ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਕਹਿੰਦੇ ਮਹਾਰਾਜ ਕਥਨ ਕਰਦੇ, ਮੈਂ ਸਭ ਜਨਾਂ ਨੂੰ ਗਿਆਨ ਇਹ ਪਾ ਦਿੱਤੀ, ਸੋਝੀ ਪਾ ਦਿੱਤੀ ਹੈ ਕਿ ਹਰੀ ਦੇ ਦਰਵਾਜ਼ੇ ਦੀਆਂ ਗੱਲਾਂ ਆਖ ਕੇ ਤੁਹਾਨੂੰ ਸੁਣਾਈਆਂ। ਭਾਈ ਦੇਖੋ, ਭਾਈ ਵੇਖੋ, ਨਿਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ, ਉਹ ਜਿਹੇ ਫਲ ਪ੍ਰਾਪਤ ਕਰਨਾ। ਮੈਂ ਕਹਿੰਦੇ ਸੱਚੀ ਗੱਲ ਦੱਸਤੀ ਤੁਹਾਨੂੰ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਫੋਰ ਫਰਮਾਉਂਦੇ ਅੱਗੇ, ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਕਰ ਢੋਈ ਨਾਹੀ। ਦੁਬਾਰਾ ਫਿਰ ਮਹੱਲਾ ਚੌਥਾ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਕਹਿੰਦੇ ਜਿਹੜਾ ਪੁਰਸ਼ ਗੁਰਾਂ ਦੇ ਪ੍ਰਤੱਖ ਹੁੰਦਿਆਂ ਵਿਛੜ ਗਏ ਨੇ, ਦਸਾਂ ਸਰੂਪਾਂ ਵੇਲੇ ਹੋਏ ਸਾਰੇ ਲੋਕ, ਹੁਣ ਵੀ ਸਤਿਗੁਰੂ ਜੀ ਹਨ, ਉਹਨਾਂ ਨੂੰ ਪਰਮੇਸ਼ਰ ਦੇ ਦਰਵਾਜ਼ੇ ਉੱਤੇ ਢੋਈ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ। ਇਹ ਇਸ਼ਾਰਾ ਮਰਵਾਹਿਆਂ ਵੱਲ ਹੈ, ਕਿਉਂਕਿ ਮਰਵਾਹਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਛੱਡ ਕੇ ਤਪੇ ਨੂੰ ਜਾ ਕੇ ਗੁਰੂ ਅਸਲ 'ਚ ਧਾਰ ਲਿਆ। ਉਦੋਂ ਵੀ ਐਂ ਚੱਲਦਾ। ਹੁਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਲੋਕ ਨਕਲੀ ਗੁਰੂਆਂ ਵੱਲ ਭੱਜੇ ਜਾ ਰਹੇ ਨੇ, ਕਰਦੇ ਤਾਂ ਉਹ ਗੁੱਸਾ ਹੀ ਆ ਇਸ ਗੱਲ ਦਾ ਵੀ ਸਾਨੂੰ ਐਂ ਕਹਿਤਾ ਜੀ ਸਾਡੇ ਗੁਰੂ ਨੂੰ। ਅੱਜ ਤਾਂ ਥੋੜ੍ਹੇ ਤੇ ਤਰਸ ਕਰਕੇ ਕਹਿੰਦੇ ਆ ਸਾਵਧਾਨ ਹੋ ਜਾਓ। ਸਾਨੂੰ ਕੀ ਲੋੜ ਹੈ ਤੁਹਾਨੂੰ ਸਾਵਧਾਨ ਕਰਨ ਦੀ? ਸਾਨੂੰ ਤਰਸ ਆਉਂਦਾ ਵੀ ਉਹ ਇਹਨਾਂ ਨਰਕ ਨੂੰ ਚਲੇ ਜਾਣਾ, ਇਹ ਗਲਤ ਪਾਸੇ ਜਾ ਰਹੇ ਨੇ, ਨਹੀਂ ਤਾਂ ਅਸੀਂ ਨਾ ਵੀ ਰੋਕੀਏ। ਖੈਰ ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਦੋਂ ਵੀ ਐਂ ਟੁੱਟ ਟੁੱਟ ਕੇ ਗੁਰੂ ਨਾਲੋਂ ਗਏ, ਹੁਣ ਵੀ ਗਏ, ਤੇ ਫਿਰ ਤਿੰਨ ਕੋ ਦਰ ਢੋਈ ਨਾਹੀ। ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਣੀ। ਫਿਰ ਕੋਈ ਜਾਏ ਮਿਲੈ ਤਿਨ ਨਿੰਦਕਾਂ, ਮੂੰਹ ਫਿੱਕੇ ਥੁਕ ਥੁਕ ਮੋਹਿ ਪਾਹੀ। ਹੁਣ ਜਿਹੜਾ ਕੋਈ ਉਹਨਾਂ ਨਿੰਦਕਾਂ ਨੂੰ ਜਾ ਕੇ ਮਿਲਦਾ, ਉਹ ਮੂੰਹੋਂ ਫਿੱਕੇ ਬਚਨ ਬੋਲਦਾ, ਮੂੰਹ ਦੇ ਰੰਗ ਫਿੱਕੇ ਪੈ ਜਾਂਦੇ ਐ, ਮੂੰਹ ਉੱਤੇ ਲਾਹਨਤਾਂ ਰੂਪੀ ਥੁੱਕਾਂ ਹੀ ਪੈਂਦੀਆਂ ਨੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟਿਆ ਮੋਹਿ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਆ ਪਾਣਾ ਲਹੈ ਸਜਾਏ। ਹੁਣ ਜਿਹੜੇ ਜਾ ਕੇ ਨਕਲੀ ਗੁਰੂਆਂ ਦੇ ਨਾਲ ਮਿਲਦੇ ਨੇ, ਉਹਨਾਂ ਨੂੰ ਜਿਹੜੇ ਫਿਰ ਗਾਹਾਂ ਹੋਰ ਜਾ ਕੇ ਮਿਲਦੇ ਨੇ, ਫਿਰ ਉਧਰੋਂ ਹੋ ਕੇ ਕੂਕਰ ਵਾਂਗੂ ਐ ਨੂੰ ਮੂੰਹ ਕਰਕੇ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਫਿਰ ਕੂਕਰਾਂ ਵਾਂਗੂ ਨਿੰਦਾ ਕਰਨ ਨੂੰ ਭੌਂਕਦੇ ਨੇ। ਉਹ ਕਹਿੰਦੇ ਤੁਹਾਡੇ ਮੂੰਹ ਤੇ ਥੁੱਕ ਹੀ ਪੈਣਾ, ਲਾਹਨਤਾਂ ਪੈਣੀਆਂ ਤੁਹਾਨੂੰ ਪਰਲੋਕ ਦੇ ਵਿੱਚ। ਪ੍ਰਤੱਖ ਇੱਥੇ ਵੀ ਤੁਹਾਨੂੰ ਲੋਕਾਂ ਨੇ ਮਾੜਾ ਕਹਿਣਾ। ਸੱਚੇ ਸਤਿਗੁਰ ਨੂੰ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਕੇ, ਨਿਤ ਭੰਬਲ ਭੂਸੇ ਖਾਹੀ। ਹੁਣ ਜੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਫਟਕਾਰੇ ਹੋਏ ਨੇ, ਉਹ ਸਾਰੇ ਜਗਤ ਦੇ ਫਟਕਾਰੇ ਹੋਏ ਨੇ। ਉਹ ਨਿਤਾ ਪ੍ਰਤੀ ਕਹਿੰਦੇ ਭੰਬਲ ਭੂਸੇ ਹੁੰਦੇ, ਧੱਕੇ ਧੋੜੇ ਖਾਂਦੇ ਹੀ ਫਿਰਦੇ ਨੇ। ਜਿਵੇਂ ਭੱਬਲ ਹੁੰਦੀ ਨਾ, ਭੁੱਬਲ ਕਹਿੰਦੇ ਤੱਤੀ ਸਵਾਹ ਉੱਤੇ ਪਾਣੀ ਪਾਈਏ ਤੇ ਉਹ ਪੁੱਸ-ਪੁੱਸ ਕਰਦੀ ਹੈ। ਐਸੇ ਮਨੁੱਖਾਂ ਦੇ ਹਿਰਦੇ ਕਹਿੰਦੇ ਸਵਾਹ ਵਾਂਗੂ ਸੜਦੇ ਹੀ ਰਹਿੰਦੇ ਨੇ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਹਾ ਫਿਰਾਹੀ। ਜਿਨ੍ਹਾਂ ਨੇ ਆਪਣਾ ਗੁਰੂ ਗੋਪਿਆ ਛਪਾਇਆ, ਗੋਪੇ ਦਾ ਅਰਥ ਛਪਾਇਆ ਹੁੰਦਾ, ਉਹ ਕਈਆਂ ਦੇ ਢਹਾ ਹੁੰਦੇ, ਆਸਰੇ ਲੈਂਦੇ ਫਿਰਦੇ ਨੇ, ਢਾਹਾਂ ਮਾਰਦੇ ਫਿਰਦੇ ਨੇ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ। ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਕਦੇ ਨਹੀਂ ਉਤਰਦੀ। ਉਹ ਨਿਤਾ ਪ੍ਰਤੀ ਭੁੱਖਾ ਹੀ ਭੁੱਖਾ ਕੂਕਦੇ ਨੇ। ਭੂ ਹੁੰਦਾ ਪ੍ਰਿਥਵੀ ਤੇ, ਖਾ ਹੁੰਦਾ ਆਕਾਸ਼ ਦੇ ਪਦਾਰਥਾਂ ਲਈ ਭੁੱਖੇ ਹੋ ਕੇ ਕੂਕਦੇ ਨੇ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਉਹਨਾਂ ਦਾ ਕਿਹਾ ਹੋਇਆ ਬਚਨ ਕੋਈ ਸੁਣਦਾ ਹੀ ਨਹੀਂ, ਇਸ ਲਈ ਉਹ ਨਿਤਾ ਪ੍ਰਤੀ ਰੋਜ਼ ਹੌਲ ਦੇ ਵਿੱਚ ਹੀ ਮਰ ਜਾਂਦੇ ਨੇ। ਕਹਿੰਦੇ ਹੌਲ ਹੀ ਪਈ ਜਾਂਦੇ ਦਿਲ ਨੂੰ। ਕਹਿੰਦੇ ਜਿਵੇਂ ਹੌਲ ਪੈਂਦਾ ਇੱਕਦਮ ਦਿਲ ਨੂੰ ਸ਼ੌਕ ਲੱਗਦੇ ਨੇ ਬੜੇ, ਉਹਨਾਂ ਧੜਕਣ ਵੱਧ ਜਾਂਦੀ ਹੈ। ਕਹਿੰਦੇ ਉਹ ਤੁੱਛ ਹੀ ਤੁੱਛਤਾਈ ਵਿੱਚ ਮਰਦੇ ਨੇ। ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ, ਉਹਨਾਂ ਅੱਗੇ ਪਿੱਛੇ ਥਾਂ ਨਾਹੀ। ਜਿਹੜੇ ਇਨਸਾਨ ਸਤਿਗੁਰੂ ਦੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਵਡਿਆਈ ਨੂੰ ਦੇਖ ਨਹੀਂ ਸਕਦੇ, ਉਹਨਾਂ ਨੂੰ ਅੱਗੇ ਪਿੱਛੇ ਪਰਲੋਕ ਵਿੱਚ, ਕਿਉਂਕਿ ਆਹ ਲੋਕ ਵੀ ਗੁਰਾਂ ਦਾ ਹੀ ਹੈ, ਪਰਲੋਕ ਵੀ ਗੁਰਾਂ ਦਾ ਹੀ ਹੈ। ਆਹ ਲੋਕ ਵਿੱਚ ਤਾਂ ਐਵੇਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰਲੋਕ 'ਚ ਕਿਹੜੇ ਗੁਰੂ ਕੋਲ ਜਾਣਾ। ਪਰਲੋਕ ਤਾਂ ਹੈ ਹੀ ਸਤਿਗੁਰਾਂ ਦਾ। ਫਿਰ ਉੱਥੇ ਜਾ ਕੇ ਪਤਾ ਲੱਗਦਾ ਵੀ ਕਿੱਡੀ ਗਲਤੀ ਕਰ ਲਈ। 309 ਅੰਗ ਤੇ ਮਹਾਰਾਜ ਕਹਿੰਦੇ ਨੇ ਬਚਨ, ਜੋ ਸਤਿਗੁਰ ਮਾਰੇ ਤਿਨ ਜਾਏ ਮਿਲਾਇਆ, ਰਹਿੰਦੀ ਖੂੰਦੀ ਸਭ ਪਤ ਗਵਾਹੀ। ਜਿਹੜੇ ਪੁਰਸ਼ ਸਤਿਗੁਰਾਂ ਦੇ ਮਾਰੇ ਸਰਾਪੇ ਹੋਏ ਨੇ, ਉਹਨਾਂ ਨੂੰ ਜੋ ਪੁਰਸ਼ ਜਾ ਕੇ ਮਿਲਦਾ, ਉਹ ਆਪਣੀ ਰਹਿੰਦੀ ਖੂੰਦੀ ਬਚੀ ਖੁਚੀ ਸਾਰੀ ਇੱਜ਼ਤ ਗਵਾ ਹੀ ਲੈਂਦਾ। ਉਹ ਅੱਗੇ ਕੁਸ਼ਟੀ ਗੁਰ ਕੇ ਫਿਟ ਕੇ, ਜੇ ਉਸ ਮਿਲਿਆ ਤਿਸ ਕੁਸ਼ਟ ਉਠਾਹੀ। ਉਹ ਗੁਰਾਂ ਦੇ ਫਿਟਕਾਰੇ ਹੋਏ ਪੁਰਸ਼ ਪਹਿਲਾਂ ਹੀ ਕੁਸ਼ਟੀ ਹੋਏ ਨੇ, ਕੋੜੀ ਹੋਏ ਨੇ। ਜਿਹੜਾ ਉਹਨਾਂ ਨੂੰ ਜਾ ਕੇ ਮਿਲਦਾ, ਉਹਨੂੰ ਵੀ ਕੋੜ ਉੱਠ ਖੜਦਾ। ਫਿਰ ਹਰ ਤਿਨ ਕਾ ਦਰਸ਼ਨ ਨਾ ਕਰੋ, ਜੋ ਦੂਜੈ ਪਾਏ ਚਿਤ ਲਾਹੀ। ਹਰ ਪ੍ਰਕਾਰ ਸੇ ਭਾਵ ਜਿੱਥੋਂ ਤੱਕ ਚਾਰਾ ਚੱਲੇ, ਉਹ ਮਨਮੁਖ ਜਿਹੜੇ
ਉੱਥੋਂ ਤੱਕ ਉਹਨਾਂ ਦੇ ਦਰਸ਼ਨ ਹੀ ਨਾ ਕਰੋ। ਇਹੋ ਜਿਹੇ ਜਿਨ੍ਹਾਂ ਨੂੰ ਛੇਕ ਦਿੱਤਾ ਪੰਥ ਦੇ ਵਿੱਚੋਂ, ਜਿਹੜੇ ਗਲਤ ਗੱਲਾਂ ਕਰਦੇ ਨੇ, ਉਹਨਾਂ ਦਾ ਸਾਥ ਛੱਡ ਦਿਓ, ਚੰਗੇ ਰਹੋਗੇ। ਹੇ ਹਰੀ, ਉਹਨਾਂ ਮਨਮੁਖਾਂ ਦਾ ਦਰਸ਼ਨ ਹੀ ਨਾ ਕਰਵਾਓ ਜੋ ਦ્વੈਤ ਭਾਵ ਚਿੱਤ ਨੂੰ ਲਾ ਕੇ ਰੱਖਦੇ ਨੇ। ਧੁਰ ਕਰਤਾ ਆਪ ਲਿਖ ਪਾਇਆ, ਤਿਸ ਨਾਲ ਕਿਉਂ ਚਾਰਾ ਨਾਹੀ। ਕਰਤੇ ਪੁਰਖ ਵਾਹਿਗੁਰੂ ਨੇ ਜੋ ਲੇਖ ਧੁਰ ਤੋਂ ਹੀ ਜੀਵਾਂ ਦੇ ਮੱਥੇ ਤੇ ਲਿਖ ਪਾਇਆ ਨਾ, ਉਸ ਨਾਲ ਹੁਣ ਕਿਸੇ ਦਾ ਕੋਈ ਚਾਰਾ ਜ਼ੋਰ ਤਾਂ ਚੱਲਣਾ ਹੀ ਨਹੀਂਗਾ, ਕਿਉਂਕਿ ਉਹ ਤਾਂ ਲੇਖ ਉਹਦੇ ਮਸਤਕ ਉੱਤੇ ਲਿਖਿਆ। ਉਹਨੇ ਤਾਂ ਨਾਸਤਕ ਬਣਨਾ ਹੀ ਬਣਨਾ। ਆਪਾਂ ਕਿਉਂ ਰਲਣਾ ਉਹਦੇ ਨਾਲ? ਨਿੰਦਕ ਨਾਲ ਕਿਉਂ ਬਹਿਣਾ? ਚੁਗਲਾਂ ਨਾਲ ਕਿਉਂ ਬਹਿਣਾ? ਜਿਹੜੇ ਨਕਲੀ ਗੁਰੂਆਂ ਦੇ ਚੇਲੇ, ਉਹਨਾਂ ਨਾਲ ਮਿਲਵਰਤਨ ਕਿਉਂ ਕਰਨਾ? ਫਿਰ ਕੱਲ ਨੂੰ ਆਪਾਂ ਨੂੰ ਗਲਤ ਸਿੱਖਿਆ ਦਊਗਾ ਉਹ। ਉਹਨੇ ਤਾਂ ਹੁਣ ਲਿਖੇ ਲੇਖ ਮੁਤਾਬਕ ਗਲਤ ਪਾਸੇ ਜਾਣਾ ਹੀ ਹੈ। ਜਨ ਨਾਨਕ ਨਾਮ ਹੈ ਰਾਧ ਤੂ, ਤਿਸ ਅੱਪੜ ਕੋ ਨਾ ਸਕਾਹੇ। ਹੁਣ ਮਹਾਰਾਜ ਕਥਨ ਕਰਦੇ, ਭਾਈ ਤੂੰ ਨਾਮ ਨੂੰ ਹੀ ਰੱਦ ਨਾ ਕਰ, ਕਿਉਂਕਿ ਤਿਸ ਪਰਲੋਕ ਦਰਗਾਹ ਵਿੱਚ ਨਾਮ ਤੋਂ ਬਿਨਾਂ ਹੋਰ ਕੋਈ ਕਰਮ ਧਰਮ ਅੱਪੜ ਨਹੀਂ ਸਕਦਾ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਨਾਵੈ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਹੀ। ਪਰਮੇਸ਼ਰ ਦੇ ਨਾਮ ਦੀ ਵਡਿਆਈ ਸਭ ਤੋਂ ਵੱਡੀ ਹੈ। ਨਿਤਾ ਪ੍ਰਤੀ ਪਰਮੇਸ਼ਰ ਦੀ ਚੜ੍ਹਾਈ ਹੋਈ ਵਡਿਆਈ ਸਵਾਈ ਤੋਂ ਸਵਾਈ ਚੜ੍ਹਦੀ ਜਾਂਦੀ ਹੈ। ਮਹੱਲਾ ਚੌਥਾ। ਜੇ ਹੁੰਦਾ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਹੁੰਦਿਆਂ ਹੀ ਜਿਸ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਗੱਦੀ ਆਪ ਬਖਸ਼ਿਸ਼ ਕੀਤੀ ਹੈ, ਗੁਰਿਆਈ ਗੱਦੀ ਪਰ ਸਜਾ ਕੇ ਸ਼ਿਸ਼ੋਭਤ ਕਰਕੇ ਬਿਠਾਇਆ, ਕਹਿੰਦੇ ਉਸ ਜਨ ਦੀ ਵਡਿਆਈ ਸਭ ਤੋਂ ਵੱਡੀ ਹੋ ਰਹੀ ਹੈ। ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਉਹਨਾਂ ਗੁਰੂ ਅਮਰਦਾਸ ਮਹਾਰਾਜ ਨੂੰ ਸਾਰਾ ਜਗਤ ਹੀ ਝੁਕ ਗਿਆ, ਚਰਨੀ ਪੈ ਗਿਆ, ਸਾਰੀ ਲੁਕਾਈ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਦਾ ਜਸ ਵਰਤ ਗਿਆ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰਹਿ, ਜਿਸ ਕਾ ਮਸਤਕ ਹੱਥ ਧਰਿਆ, ਗੁਰ ਪੂਰੈ ਸੋ ਪੂਰਾ ਹੋਈ। ਉਸ ਨੂੰ ਖੰਡਾਂ ਬ੍ਰਹਿਮੰਡਾਂ ਦੇ ਸਾਰੇ ਜੀਵ ਨਮਸਕਾਰ ਕਰਦੇ, ਸਾਰੇ ਜੀਵ ਨਮਸਕਾਰ ਕਰਦੇ ਨੇ। ਜਿਸ ਦੇ ਮੱਥੇ ਪਰ ਪੂਰਿਆਂ ਗੁਰਾਂ ਨੇ ਹੱਥ ਰੱਖਿਆ, ਉਹ ਪੁਰਸ਼ ਕਹਿੰਦੇ ਹੁਣ ਸ਼ੁਭ ਗੁਣਾਂ ਨਾਲ ਪੂਰਨ ਹੁੰਦਾ ਹੈ। ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਅੱਪੜ ਕੋ ਨਾ ਸਕੋਈ। ਗੁਰਾਂ ਦੀ ਵਡਿਆਈ ਨਿਤਾ ਪ੍ਰਤੀ ਸਵਾਈ ਤੋਂ ਸਵਾਈ ਚੜ੍ਹਦੀ, ਉਹਦੇ ਬਰਾਬਰ ਕੋਈ ਅੱਪੜ ਨਾ ਸਕੋਈ, ਪਹੁੰਚ ਹੀ ਨਹੀਂ ਸਕਦਾ। ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਬਚਨ, ਜਿਸ ਹਰੀ ਕਰਤੇ ਦੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਨੇ ਆਪ ਹੀ ਧੰਨ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਗੱਦੀ ਤੇ ਬਿਠਾ ਕੇ ਟਿਕਾਇਆ, ਉਹ ਮੇਰਾ ਵਾਹਿਗੁਰੂ ਆਪ ਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਇੱਜ਼ਤ ਰੱਖਦਾ। ਕੋਈ ਚੜ੍ਹ ਕੇ ਆ ਸਕਦਾ? ਬੀਰਬਲ ਕਹਿੰਦਾ ਮੈਂ ਕਸ਼ਮੀਰ ਦੀ ਜੰਗ ਤੋਂ ਆ ਕੇ ਦੇਖੂੰ, ਫੇਰ ਲਊ ਮਾਮਲਾ। ਮਹਾਰਾਜ ਕਹਿੰਦੇ ਜੇ ਮੁੜੇਗਾ ਤਾਂ ਲਏਗਾ। ਉੱਥੇ ਬਰਫ਼ 'ਚ ਗਲ ਕੇ ਮਰ ਗਿਆ ਸੀ। ਪੌੜੀ ਕਾਇਆ ਕੋਟ ਅਪਾਰ ਹੈ, ਅੰਦਰ ਹਟ ਨਾਲੇ। ਗੁਰਮੁਖ ਸੌਦਾ ਜੋ ਕਰੇ, ਹਰ ਵਸਤ ਸੰਭਾਲੇ। ਕਾਇਆ ਰੂਪੀ ਕੋਟ ਕਿਲਾ ਹੈ, ਅਪਾਰ ਸ੍ਰੇਸ਼ਟ ਸਭ ਤੋਂ। ਇਹਦੇ ਅੰਦਰ ਇੰਦਰੀਆਂ ਰੂਪੀ ਹਟਨਾਲੇ ਭਾਵ ਬਾਜ਼ਾਰ ਬਣੇ ਹੋਏ ਨੇ। ਜੋ ਗੁਰਮੁਖ ਜਨ ਗੁਰਾਂ ਦੁਆਰੇ ਇੰਦਰੀਆਂ ਰੂਪੀ ਬਾਜ਼ਾਰ ਵਿੱਚੋਂ ਨਾਮ ਰੂਪੀ ਸੌਦਾ ਖਰੀਦਦੇ ਨੇ ਨਾ, ਉਹ ਹਰੀ ਰੂਪ ਵਸਤੂ ਨੂੰ ਸੰਭਾਲਦੇ ਨੇ। ਨਾਮ ਨਿਧਾਨ ਹਰ ਬਣ ਜੀਐ, ਹੀਰੇ ਪਰਵਾਲੇ। ਹਰੀ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਜੋ ਵੰਜਦੇ ਨੇ, ਇਹੀ ਹੀਰੇ ਤੇ ਪਰਵਾਲੇ ਭਾਵ ਮੂੰਗੇ ਹੁੰਦੇ ਨੇ। ਪਰਵਾਲ ਪਿਸਟੀ ਦੇਸੀ ਦਵਾਈਆਂ ਚ ਆਉਂਦੀ, ਇੱਕ ਮੂੰਗੇ ਕਹਿੰਦੇ ਪਰਵਾਲ। ਹੀਰਾ ਨਾਮ ਹੈ, ਵਾਲ ਭਾਵ ਦੁੱਖਾਂ ਦੇ ਜਿਹੜਾ ਪਰੇ ਹੋਣਾ, ਇਹੋ ਪਰਵਾਲੇ ਮੂੰਗੇ ਨੇ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਜਿਹੜੇ ਪੁਰਸ਼ ਕਾਇਆ ਰੂਪੀ ਕਿਲੇ ਬਿਨਾ ਹੋਰ ਜਗ੍ਹਾ ਤੋਂ ਆਤਮ ਧਨ ਜਾਂ ਨਾਮ ਧਨ ਨੂੰ ਖੋਜਦੇ ਨੇ, ਉਹ ਮੂਰਖ ਪੁਰਸ਼ ਬੇਤਾਲੇ ਨੇ, ਭੂਤਨੇ ਨੇ। ਕਹਿੰਦੇ ਉਹ ਤਾਂ ਬੇਤਾਲੇ ਹੀ ਤੁਰੇ ਫਿਰਦੇ ਨੇ। ਅਸਲ ਵਿੱਚ ਨਾਮ ਤਾਂ ਹਿਰਦੇ 'ਚ ਹੀ ਵਾਸਾ ਕਰਦਾ, ਇੱਥੋਂ ਹੀ ਤਾਂ ਬਖਸ਼ਿਸ਼ ਹੋਣੀ ਹੈ। ਸੇ ਉੱਜੜ ਭਰਮ ਭਵਾਈ ਹੈ, ਜਿਉਂ ਝਾੜ ਮਿਰਗ ਭਾਲੇ। ਉਹ ਇਨਸਾਨ ਭਰਮ ਕਰਕੇ ਸੰਸਾਰ ਉਜਾੜ ਵਿੱਚ ਇਸ ਤਰ੍ਹਾਂ ਭੁਆਏ ਜਾਂਦੇ ਜਿਵੇਂ ਮਿਰਗ ਹੁੰਦਾ ਨਾ, ਹਰਨ। ਕਸਤੂਰੀ ਪਿੱਛੇ ਉਹਦੇ ਹਿਰਦੇ 'ਚ ਭਾਵ ਉਹਦੇ ਨਾਪੇ 'ਚ ਅੰਦਰ ਧੁੰਨੀ 'ਚ ਨਾ, ਜਦੋਂ ਕਸਤੂਰੀ ਪ੍ਰਗਟ ਹੋ ਜਾਂਦੀ ਹੌਲੀ ਹੌਲੀ, ਝਾੜੀਆਂ ਨੂੰ ਭਾਲਦਾ ਫਿਰਦਾ। ਜਦੋਂ ਪਿੱਛੋਂ ਹਵਾ ਚੱਲਦੀ ਹੈ, ਨੱਕ ਦੇ ਕੋਲੇ ਜਦੋਂ ਹਵਾ ਲੱਗਦੀ ਆ ਕੇ ਖੁਸ਼ਬੂ ਆਉਂਦੀ ਹੈ, ਕਸਤੂਰੀ ਦਾ ਨਾਪਾ ਤਾਂ ਉਹਦੀ ਆਪਣੀ ਧੁੰਨੀ 'ਚ ਹੀ ਹੁੰਦਾ, ਪਰ ਭਰਮ ਕਰਕੇ ਬਾਹਰ ਝਾੜੀਆਂ 'ਚ ਭਾਲਦਾ ਫਿਰਦਾ। ਇਸ ਪ੍ਰਕਾਰ ਜੀਵ ਨੂੰ ਸੁੱਖ ਤਾਂ ਆਪਣੀ ਬਿਰਤੀ ਦੀ ਇਕਾਗਰਤਾ 'ਚ ਹੀ ਮਿਲ ਰਿਹਾ, ਪਰ ਇਹ ਬਾਹਰਲੇ ਪਦਾਰਥਾਂ ਵਿੱਚੋਂ ਸੁੱਖ ਮੰਨੀ ਬੈਠਾ। ਮਹਾਰਾਜ ਕਹਿੰਦੇ ਸੁੱਖ ਕਿਤੋਂ ਨਹੀਂ ਮਿਲਣਾ, ਸੁੱਖ ਤਾਂ ਆਪਣੇ ਅੰਦਰ ਹੀ ਹੈ। ਪਰਮਾਤਮਾ ਕਿਤੋਂ ਨਹੀਂ ਆਉਣਾ, ਅੰਦਰ ਹੀ ਹੈ। ਸੱਤ ਤਾਂ ਬਾਹਰੋਂ ਨਹੀਂ ਆਉਣਾ, ਸੱਤ ਤਾਂ ਆਪਣੇ ਅੰਦਰ ਹੀ ਹੈ। ਬਸ ਗੁਰੂ ਵਾਲਾ ਬਣ ਕੇ, ਰਹਿਤ ਰੱਖ ਕੇ, ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ, ਗੁਰਮੁਖਾਂ ਨਾਲ ਮਿਲ ਕੇ, ਸੰਗਤ 'ਚ ਬਹਿ ਕੇ ਅਭਿਆਸ ਕਰੇ ਕਥਾ ਕੀਰਤਨ ਦਾ,
ਬੰਦਗੀ ਕਰੇ, ਸਤਿਗੁਰੂ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਦੇ, ਨਾਮ ਦੀ ਦਾਤ ਦਿੰਦੇ ਨੇ ਸਿੱਖ ਨੂੰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।